ਮੈਨੂੰ ਇਹ ਪ੍ਰੇਰਿਤ ਤਾਂ ਲੱਗਦਾ ਪਿਆ ਰਾਜਨੀਤੀ ਤੋਂ, ਕਿਉਂਕਿ ਸਾਰਿਆਂ ਦੇ ਦੇਖੋ ਦਵਾ ਦਵਾ ਐਕਟਿਵ ਹੋ ਗਏ ਆ। ਪਹਿਲਾਂ ਕਿੰਨੀਆਂ ਬੇਅਦਬੀਆਂ ਹੋਈਆਂ, ਉਦੋਂ ਕਿਉਂ ਨਹੀਂ ਐਕਟਿਵ ਹੋਏ? ਇਸ ਕਰਕੇ ਮੈਂ ਤਾਂ ਚਾਹੁੰਦਾ ਵੀ ਇਸ ਘਟਨਾ ਦੀ ਬੜੀ ਵੱਡੀ ਜਾਂਚ ਹੋਣੀ ਚਾਹੀਦੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਵੀ ਉਹਦੀ ਪੈੜ ਦੱਬ ਕੇ ਅਸੀਂ ਅਗਲੀ ਜੜ ਤੱਕ ਜਾਂਦੇ, ਤੇ ਜੜ ਤੱਕ ਜਾਂਦੇ ਹੋਏ ਉਹ ਪੂਰਾ ਬੇਅਦਬੀਆਂ ਦੀ ਜਿਹੜੀ ਸੀ ਨਾ ਇੱਕ ਲੰਬੀ ਚੇਨ ਬਣੀ ਹੋਈ, ਇਹਦਾ ਮਾਸਟਰਮਾਈਂਡ ਸਾਨੂੰ ਪਤਾ ਲੱਗ ਜਾਂਦਾ। ਮੈਂ ਜ਼ਿੰਮੇਵਾਰੀ ਦੇ ਨਾਲ ਇਹ ਗੱਲ ਕਹਿਣਾ ਕਿ ਜਿਹੜਾ ਸੋਧਾ ਲਾਇਆ ਮੈਂ ਇਸ ਦਾ ਸਮਰਥਨ ਕਰਦਾ ਵਾਂ, ਕਿਉਂਕਿ ਸਮਰਥਨ ਤਾਂ ਕਰਦਾ ਮੈਂ ਐਗਜ਼ਾਮਪਲ ਸੈੱਟ ਕੀਤੀ ਹੋਵੇ, ਉਸ ਤੋਂ ਬਾਅਦ ਅਗਲਾ ਕੋਈ ਵੀ ਬੇਅਦਬੀ ਕਰਨ ਤੋਂ ਪਹਿਲਾਂ ਲੱਖ ਵਾਰੀ ਸੋਚੇਗਾ। ਅੱਗੇ ਪਿੰਡਾਂ ਦੇ ਗੁਰਦੁਆਰਿਆਂ 'ਚ ਹੁੰਦੀ ਸੀ, ਮੁੜ ਕੇ ਤਖਤਾਂ ਦੇ ਉੱਪਰ, ਤਖਤਾਂ ਤੋਂ ਬਾਅਦ ਸਾਡੇ ਕੇਂਦਰੀ ਸਥਾਨ ਦੇ ਉੱਪਰ ਹੋ ਗਈਆਂ। ਹੁਣ ਇਹਦੋਂ ਬਾਅਦ ਅਸੀਂ ਬਰਦਾਸ਼ਤ ਕਿੰਨਾ ਕੁ ਕਰ ਲਈਏ? ਉਹ ਕਹਿੰਦੇ ਜੇ ਨਾ ਵੱਢਦੇ ਫਿਰ ਤੁਸੀਂ ਕਹਿਣਾ ਸੀ ਇਹ ਖਾਂਦੇ ਆ ਬੱਕਰੇ, ਇਹ ਪੀਂਦੇ ਆ ਭੰਗ, ਕਰਨ ਜੋਗੇ ਕੁਛ ਨਹੀਂ, ਸ਼ਰੇਆਮ ਹੋ ਗਈਆਂ ਬੇਅਦਬੀਆਂ। ਕਹਿੰਦਾ ਹੁਣ ਜੇ ਵੱਢ ਦਿੱਤਾ ਆ ਤੇ ਕਹਿੰਦਾ ਹੁਣ ਵੀ ਤੁਸੀਂ ਸੌਖੇ ਨਹੀਂ ਗਏ। ਚੰਨੀ ਸਾਹਿਬ ਦਾ ਪਿਛਲੇ ਦਿਨਾਂ ਵਿੱਚ ਬਿਆਨ ਆਇਆ ਸੀ ਵੀ ਬੇਅਦਬੀ ਦਾ ਮੁੱਦਾ ਜਿਹੜਾ ਨਾ ਇਹ ਰੂਹ ਦਾ ਮੁੱਦਾ ਆ, ਰੂਹ ਨਾਲ ਜੁੜਿਆ ਹੋਇਆ। ਜੇ ਰੂਹ ਨਾਲ ਜੁੜਿਆ ਹੋਇਆ ਤਾਂ ਰੂਹ ਨਾਲ ਇੱਥੇ ਕੰਮ ਕਰਕੇ ਵਿਖਾਉਣ, ਸਾਨੂੰ ਪਤਾ ਲੱਗੇ ਕਿ ਚੰਨੀ ਜੀ ਭਾਵੇਂ ਥੋੜੇ ਸਮੇਂ ਲਈ ਆਏ ਸਨ ਪਰ ਸਾਨੂੰ ਬੇਅਦਬੀਆਂ ਦਾ ਹਿਸਾਬ ਕਿਤਾਬ ਦੇ ਗਏ। ਜਿਹੜੇ ਆਪਣੇ ਆਪ ਨੂੰ ਪੰਥਕ ਖਮਾਉਂਦੇ ਨੇ, ਜਿਹੜੇ ਸੱਤਾ ਤੋਂ ਬਾਹਰ ਨੇ ਜਾਂ ਸੱਤਾ ਦੇ ਅੰਦਰ ਨੇ, ਮੈਂ ਸਾਰਿਆਂ ਦੀ ਗੱਲ ਕਰਦਾ, ਕਿਸੇ ਇੱਕ ਦੀ ਨਹੀਂ ਗੱਲ ਕਰਦਾ। ਕਿਸੇ ਇੱਕ ਦਾ ਬਿਆਨ ਨਹੀਂ ਆਇਆ। ਕੀ ਗੱਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੁਹਾਡੇ ਸਾਡੇ ਨੇ, ਇਹਨਾਂ ਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨਹੀਂ ਲੱਗਦੇ? ਮੈਂ ਤਾਂ ਹੈਰਾਨ ਆ ਵੀ ਹਿੰਦੂ ਭਰਾਵਾਂ ਨੇ ਵੀ ਕਿਸੇ, ਤੁਸੀਂ ਦੱਸੋ ਵੀ ਦਾ ਸਮਰਥਨ ਕਿਸ ਨੇ ਕੀਤਾ? ਕੋਈ ਹਿੰਦੂ ਸੰਗਠਨ ਵੀ ਆਇਆ ਕਿਤੇ ਸਾਹਮਣੇ ਖੁੱਲ੍ਹ ਕੇ ਕਿਸੇ ਨੇ ਕਿਹਾ ਹੋਵੇ ਵੀ ਅਸੀਂ ਨਾਲ ਖੜੇ ਆ? ਸਾਡੇ ਪੋਲੀਟੀਕਲ ਲੀਡਰਸ ਕਿੱਥੇ ਸਨ? ਜੇ ਉਦੋਂ ਵੀ ਇਹ ਕਿਤੇ ਐਕਟਿਵ ਹੋਏ ਹੁੰਦੇ, ਹੋ ਸਕਦਾ ਦਰਬਾਰ ਸਾਹਿਬ ਵਾਲੀ ਘਟਨਾ ਨਾ ਵਾਪਰਦੀ। ਦੋ ਘਟਨਾਵਾਂ ਸੈੱਟ ਕਰਕੇ ਦਿੱਤੀਆਂ ਨੇ ਰੱਖ, ਇੱਕ ਨਿਹੰਗ ਸਿੰਘਾਂ ਨੇ, ਇੱਕ ਇੱਥੇ ਸੰਗਤਾਂ ਦੇ ਰੋਹ ਨੇ, ਠੀਕ ਹੈ, ਇਹ ਰੱਖ ਦਿੱਤੀਆਂ ਨੇ ਸੈੱਟ ਕਰਕੇ। ਹੁਣ ਇਹ ਘਟਨਾ ਅੱਗੇ ਤੋਂ ਨਾ ਵਾਪਰੇ ਉਹਦੇ ਲਈ ਘਟਨਾਵਾਂ ਸੈੱਟ ਨੇ। ਜਿਹੜੇ ਜਿਹੜੇ ਬੰਦਿਆਂ ਦੇ ਉੱਪਰ ਕੇਸ ਪਿਆ ਜਾਂ ਜਿਹੜੇ ਜੇਲ੍ਹ ਦੇ ਵਿੱਚ ਨੇ ਜਾਂ ਜੇਲ੍ਹ ਦੇ ਵਿੱਚ ਹੁਣ ਜਾਣਗੇ, ਉਹਨਾਂ ਸਾਰਿਆਂ ਦੀ ਪੈਰਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ। ਹੁਣ ਮੰਨ ਲਓ ਮੇਰੇ ਅੰਦਰ ਦਰਦ ਆਇਆ, ਮੇਰੇ ਸਾਹਮਣੇ ਬੇਅਦਬੀ ਹੋਣ ਲੱਗੀ ਸੀ, ਮੈਂ ਬੰਦਾ ਮਾਰਤਾ, ਵੱਢਤਾ, ਠੀਕ ਹੈ ਜੀ, ਮੈਂ ਆਪਣੀ ਜ਼ਿੰਮੇਵਾਰੀ ਪੂਰੀ ਕਰ ਦਿੱਤੀ। ਹੁਣ ਪਿਛਲੇ ਪਾਸੇ ਸੰਸਥਾਵਾਂ ਦੀ ਵੀ ਤਾਂ ਕੋਈ ਜ਼ਿੰਮੇਵਾਰੀ ਬਣਦੀ ਹੈ ਨਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜ਼ਿੰਮੇਵਾਰੀ ਨਿਭਾਵੇ, ਦਿੱਲੀ ਪ੍ਰਬੰਧਕ ਕਮੇਟੀ ਆਪਣੀ ਜ਼ਿੰਮੇਵਾਰੀ ਨਿਭਾਵੇ ਵੀ ਜਿਹੜੇ ਜਿਹੜੇ ਸਿੰਘ ਇਸ ਮਾਮਲੇ ਦੇ ਵਿੱਚ ਆਉਣਗੇ ਉਹਨਾਂ ਦੇ ਘਰ ਪਰਿਵਾਰ ਤੱਕ ਦੀ, ਉਹਨਾਂ ਨੂੰ ਬਕਾਇਦਾ ਬਰੀ ਕਰਵਾਉਣ ਤੱਕ ਦੀ, ਜਾਂ ਉਹਨਾਂ ਦਾ ਜਿੰਨਾ ਵੀ ਇਹ ਸਾਰਾ ਖਰਚਾ ਹੋਏਗਾ ਅਸੀਂ ਚੱਲਾਂਗੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬੇਅਦਬੀ ਹੋਈ ਹੈ, ਅਸੀਂ ਬੰਦਾ ਦੇਖਾਂਗੇ ਵੀ ਕਿਸ ਬੰਦੇ ਨੇ ਕੀਤੀ ਹੈ, ਨਾ ਉਹਦੀ ਜਾਤ ਚੈੱਕ ਕਰਾਂਗੇ, ਨਾ ਉਹਦਾ ਧਰਮ ਚੈੱਕ ਕਰਾਂਗੇ। ਅਸੀਂ ਸਿਰਫ ਇੰਨਾ ਜ਼ਰੂਰ ਚੈੱਕ ਕਰਾਂਗੇ ਵੀ ਭੇਜਿਆ ਕਿਸ ਨੇ, ਉਹ ਭੇਜਣ ਵਾਲੇ ਨੂੰ ਵੀ ਖੱਤ ਪਾਵਾਂਗੇ, ਉਹਦੀ ਵੀ ਜਾਤ ਨਹੀਂ ਵੇਖਾਂਗੇ ਤੇ ਧਰਮ ਨਹੀਂ ਵੇਖਾਂਗੇ, ਉਹ ਕਿਹੜੀ ਸੰਸਥਾ ਨਹੀਂ ਵੇਖਾਂਗੇ, ਗਲਮੇ ਨੂੰ ਹੱਥ ਪਾਵਾਂਗੇ ਫਿਰ ਅਸੀਂ ਤੇ। ਸਾਨੂੰ ਕਾਨੂੰਨ ਦਾ ਸਬਕ ਪੜਾਉਣ ਵਾਲਿਆਂ ਨੂੰ ਬੇਨਤੀ ਕਰਦਾ ਪਿਆ ਵਾਂ, 84 ਵਾਲਾ ਕਾਨੂੰਨ ਦੇ ਹਵਾਲੇ ਹੀ ਹੈ। ਉਸ ਤੋਂ ਬਾਅਦ ਜਿੰਨੀਆਂ ਬੇਅਦਬੀਆਂ ਹੋਈਆਂ ਨੇ, ਬੰਦੇ ਫੜਾਏ ਗਏ ਨੇ, 2015 ਤੋਂ ਬੇਅਦਬੀਆਂ ਹੋ ਰਹੀਆਂ ਨੇ, ਕਿੰਨੀਆਂ ਸਿੱਟ ਬਣੀਆਂ ਨੇ, ਕਿੰਨਾ ਕੁਝ ਹੋਇਆ। ਹੁਣ ਤੇ ਮੌਕੇ ਦੀਆਂ ਜਿਹੜੀਆਂ ਕਾਰਵਾਈਆਂ ਨੇ ਮੈਨੂੰ ਲੱਗਦਾ ਵੀ ਇਹ ਠੀਕ ਰਹਿਣਗੀਆਂ। ਕਿਤੇ ਇਹ ਨਾ ਕੋਈ ਸੋਚ ਲੈ ਵੀ ਐਜ਼ ਏ ਸਿੱਖ ਕਹਿ ਰਿਹਾ, ਜੇ ਕਿਸੇ ਮੰਦਿਰ ਦੇ ਵਿੱਚ ਵੀ ਬੇਅਦਬੀ ਹੁੰਦੀ ਹੈ ਸਜ਼ਾ ਉੱਥੇ ਵੀ ਹੋਣੀ ਚਾਹੀਦੀ ਹੈ। ਜੇ ਕਿਸੇ ਮੰਨ ਲਓ ਚਰਚ ਦੇ ਵਿੱਚ ਹੁੰਦੀ ਹੈ ਸਜ਼ਾ ਉੱਥੇ ਵੀ ਹੋਣੀ ਚਾਹੀਦੀ ਹੈ। ਲਿਹਾਜ਼ ਕਿਉਂ ਹੋਵੇ? ਸਾਡਾ ਭਾਜੀ ਕੇਂਦਰੀ ਸਥਾਨ, ਇਸ ਤੋਂ ਉੱਤੇ ਕੀ ਹੋ ਸਕਦਾ ਹੈ? ਥਾਂ ਥਾਂ ਤੇ ਤੁਸੀਂ ਜਾਣਾ ਹੈ, ਮੈਂ ਜਾਣਾ, ਲੋਕਾਂ ਨੇ ਪੁੱਛਣਾ ਸੀ ਲੈ ਵੀ ਹੁਣ ਤੇ ਬਾਈ ਦਰਬਾਰ ਸਾਹਿਬ ਤੱਕ ਅੱਪੜ ਗਏ, ਹੁਣ ਆਖਣ ਜੋਗਿਆਂ ਵੀ ਬਾਈ ਜੀ ਜਿਹੜਾ ਅੱਪੜਿਆ ਸੀ ਨਾਲ ਦੀ ਨਾਲ ਮੌਕੇ ਦੀ ਕਾਰਵਾਈ ਪੈ ਗਈ ਏ, ਹੁਣ ਬਾਹਲਾ ਲੰਮਾ ਸਮਾਂ ਨਹੀਂ ਢੀਕਣਾ। ਕਈ ਸਾਨੂੰ ਪਤਾ ਕੀ ਕਹਿ ਦਿੰਦੇ ਨੇ, ਦੇਖੋ ਜੀ ਇਹ ਸਿੱਖ ਨੇ ਤਾਂ ਕਰਕੇ ਬਿਆਨ ਦੇ ਦਿੱਤਾ, ਹੈ ਨਾ। ਮੈਂ ਕਹਿੰਦਾ ਵੀ ਸਾਡੀ ਹਿਸਟਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਵਾਲੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਕੋਲ ਜਦੋਂ ਉਹ ਲੋਕ ਆਏ ਜਿਹੜੇ ਕਹਿੰਦੇ ਸਾਡਾ ਧਰਮ ਖਤਰੇ ਵਿੱਚ ਹੈ, ਵਕਤ ਦਾ ਹਾਕਮ ਸਾਡੇ ਤਿਲਕ ਤੇ ਜੰਜੂ ਉਤਾਰਦਾ ਪਿਆ, ਗੁਰੂ ਸਾਹਿਬ ਕਹਿੰਦੇ ਭਾਵੇਂ ਮੈਂ ਤਿਲਕ ਨਹੀਂ ਲਾਉਂਦਾ, ਭਾਵੇਂ ਮੈਂ ਜੰਜੂ ਨਹੀਂ ਪਾਉਂਦਾ, ਪਰ ਤੁਹਾਨੂੰ ਧਾਰਮਿਕ ਆਜ਼ਾਦੀ ਹੈ ਵੀ ਤੁਸੀਂ ਪਾਓਗੇ ਵੀ। ਬੀਤੇ ਦਿਨ ਅੰਮ੍ਰਿਤਸਰ 'ਚ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਇੱਕ ਬੇਅਦਬੀ ਦੀ ਘਟਨਾ ਵਾਪਰਦੀ ਹੈ। ਇੱਕ ਵਿਅਕਤੀ ਮੱਥਾ ਟੇਕਣ ਜਾ ਰਿਹਾ ਸੀ, ਸ਼੍ਰੀ ਰਹਿਰਾ ਸਾਹਿਬ ਦਾ ਪਾਠ ਚੱਲ ਰਿਹਾ ਸੀ ਤਾਂ ਇੱਕੋ ਦਮ ਉਹ ਜੰਗਲਾ ਟੱਪ ਕੇ ਅੰਦਰ ਜਾਂਦਾ ਤੇ ਸ੍ਰੀ ਸਾਹਿਬ ਚੱਕ ਲੈਂਦਾ, ਪਰ ਉੱਥੇ ਮੌਜੂਦ SGPC ਟਾਸਕ ਫੋਰਸ ਉਸ ਨੂੰ ਕਾਬੂ ਜ਼ਰੂਰ ਕਰ ਲੈਂਦੀ ਹੈ ਤੇ ਇਸ ਤੋਂ ਬਾਅਦ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ, ਜਦੋਂ ਨਹੀਂ ਕੁਝ ਦੱਸਿਆ ਜਾਂਦਾ ਤਾਂ ਉਸ ਦਾ ਸੌਦਾ ਲਗਾ ਦਿੱਤਾ ਜਾਂਦਾ। ਪਰ ਸਵਾਲ ਇੱਥੇ ਇਹ ਖੜਾ ਹੁੰਦਾ ਕਿ ਪੰਜਾਬ ਦੇ ਵਿੱਚ ਚੋਣਾਂ ਨੇ, ਚੋਣਾਂ ਨੂੰ ਕੋਈ ਬਹੁਤ ਸਮਾਂ ਰਿਹਾ ਨਹੀਂ ਅਤੇ ਪਰ ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾ ਉਹ ਬਹੁਤ ਜ਼ਿਆਦਾ ਵਾਪਰਨ ਲੱਗੀਆਂ, ਚਾਹੇ ਉਹ ਅਨਿਲ ਅਰੋੜੇ ਵਾਲੀ ਘਟਨਾ ਹੋਵੇ, ਚਾਹੇ ਹੁਣ ਦਰਬਾਰ ਸਾਹਿਬ ਵਾਲੀ ਘਟਨਾ ਹੋਵੇ। ਅਤੇ ਅੱਜ ਸਵੇਰੇ ਤੜਕਸਾਰ ਵੀ ਖਬਰ ਆ ਰਹੀ ਹੈ ਕਪੂਰਥਲੇ ਤੋਂ ਕਿ ਉੱਥੇ ਵੀ ਜਿਹੜੀ ਹੈ ਬੇਅਦਬੀ ਦੀ ਘਟਨਾ ਜਿਹੜੀ ਹੈ ਉਹ ਕੀਤੀ ਜਾ ਰਹੀ ਸੀ, ਉੱਥੇ ਵੀ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਹੋਇਆ। ਪਰ ਸਵਾਲ ਇਹ ਉੱਠਦਾ ਇਸ ਦੇ ਪਿੱਛੇ ਸਾਜ਼ਿਸ਼ ਕੀ ਕੋਈ ਹੈ? ਕਿਉਂ ਇਹ ਘਟਨਾਵਾਂ ਜਿਹੜੀਆਂ ਨੇ ਉਹ ਚੋਣਾਂ ਦੇ ਨੇੜੇ ਪੰਜਾਬ ਦੇ ਵਿੱਚ ਵੱਧ ਰਹੀਆਂ ਨੇ ਅਤੇ ਕਿਉਂ ਸਿੱਖ ਧਰਮ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ? ਸਾਡੇ ਨਾਲ ਭਾਈ ਹਰਪ੍ਰੀਤ ਸਿੰਘ ਮਖੂ ਜੀ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਮਖੂ ਸਾਹਿਬ, ਚੋਣਾਂ ਬਹੁਤ ਨੇੜੇ ਨੇ, ਹੁਣ ਕੁਝ ਹੀ ਦਿਨਾਂ ਦੇ ਵਿੱਚ ਕੋਡ ਆਫ ਕੰਡਕਟ ਲੱਗ ਜਾਣਾ, ਪਰ ਉਸ ਤੋਂ ਪਹਿਲਾਂ ਇਹ ਬੇਅਦਬੀ ਦੀਆਂ ਘਟਨਾ, ਚਾਹੇ ਉਹ ਅਨਿਲ ਅਰੋੜੇ ਵਾਲੀ ਹੋਵੇ, ਦਰਬਾਰ ਸਾਹਿਬ ਵਾਲੀ ਹੋਵੇ ਤੇ ਅੱਜ ਕਪੂਰਥਲੇ ਤੋਂ ਵੀ ਖਬਰ ਆ ਗਈ, 1 ਮਹੀਨੇ ਦੇ ਵਿੱਚ ਕਿੰਨੀਆਂ ਘਟਨਾਵਾਂ ਹੋ ਗਈਆਂ ਤੇ ਸਿੱਖ ਧਰਮ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ? ਕੀ ਤੁਹਾਨੂੰ ਲੱਗਦਾ ਹੈ?
ਬਿਲਕੁਲ, ਵੈਸੇ ਤੁਸੀਂ ਬੜੀ ਸੋਹਣੀ ਗੱਲ ਕਹੀ ਹੈ ਵੀ ਸਿੱਖ ਧਰਮ ਨੂੰ ਹੀ ਟਾਰਗੇਟ ਕਿਉਂ ਕੀਤਾ ਜਾ ਰਿਹਾ। ਇਹ ਬੜੀ ਸ਼ਰਮਨਾਕ ਗੱਲ ਹੈ ਮੌਜੂਦਾ ਸਰਕਾਰ ਵਾਸਤੇ ਵੀ ਤੇ ਜਿਹੜੇ ਆਪਣੇ ਆਪ ਨੂੰ ਅਖੌਤੀ ਪੰਥਕ ਅਖਵਾਉਂਦੇ ਨੇ ਉਹਨਾਂ ਲਈ ਵੀ। ਹੁਣ ਮੇਰੇ ਮਨ ਦੇ ਵਿੱਚ ਇੱਕ ਸਵਾਲ ਬਾਰ-ਬਾਰ ਆ ਰਿਹਾ ਹੈ, ਜੇ ਕਿਤੇ ਇਹੀ ਜਿਵੇਂ ਅੱਜ ਸਾਰੇ ਪੋਲੀਟੀਕਲ ਲੀਡਰਸ ਦੇ ਬਿਆਨ ਆਏ ਨੇ, ਜਦੋਂ 2015 ਦੇ ਵਿੱਚ ਸ਼ੁਰੂਆਤ ਹੋਈ ਸੀ, ਜੇ ਉਦੋਂ ਹੀ ਸਾਰਿਆਂ ਦੇ ਆ ਜਾਂਦੇ ਤੇ ਸ਼ਾਇਦ ਐਸਾ ਕੁਝ ਨਾ ਵਾਪਰਦਾ। ਹੁਣ ਚੋਣਾਂ ਨੇੜੇ ਨੇ, ਹੁਣ ਸਾਰਿਆਂ ਦੇ ਬਿਆਨ ਆ ਰਹੇ ਨੇ। ਤੁਸੀਂ ਦੇਖੋ ਵੀ ਜਦੋਂ ਕੱਲ ਘਟਨਾ ਵਾਪਰਦੀ ਹੈ, ਜਥੇਦਾਰ ਜੀ ਦਾ ਤਾਂ ਚਲੋ ਬਿਆਨ ਆਇਆ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦਾ ਆ ਜਾਂਦਾ ਆ। ਉਸ ਤੋਂ ਬਾਅਦ ਅੱਜ ਪਤਾ ਲੱਗਾ ਹੈ ਕਿ ਅੱਜ ਜਿਹੜੇ ਗ੍ਰਹਿ ਮੰਤਰੀ ਨੇ ਸੁਖਜਿੰਦਰ ਸਿੰਘ ਰੰਧਾਵਾ ਉਹ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਨੇ। ਨਾਲ ਦੀ ਨਾਲ ਕੱਲ ਉਸੇ ਵੇਲੇ ਬਿਆਨ ਆ ਜਾਂਦਾ ਚਰਨਜੀਤ ਸਿੰਘ ਚੰਨੀ ਦਾ ਵੀ ਇਹ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਨੇ ਵੀ ਇਹਦੀ ਤਹਿਕੀਕਾਤ ਕੀਤੀ ਜਾਵੇ। ਮੈਂ ਕਹਿੰਦਾ ਜੇ 2015 ਦੇ ਵਿੱਚ ਜਦੋਂ ਸ਼ੁਰੂਆਤ ਹੋਈ ਸੀ, ਜੇ ਉਦੋਂ ਹੀ ਸਰਕਾਰਾਂ ਤੇ ਵਿਰੋਧੀ ਧਿਰਾਂ ਜਿਹੜੀਆਂ ਨੇ ਬੇਅਦਬੀਆਂ ਦੇ ਮੁੱਦੇ ਦੇ ਉੱਪਰ ਸੰਜੀਦਗੀ ਨਾਲ ਕੰਮ ਕਰਦੀਆਂ ਔਰ ਇੱਕ ਦੂਜੇ ਦੇ ਪੂਰਕ ਬਣ ਕੇ ਕੰਮ ਕਰਦੀਆਂ ਤੇ ਸ਼ਾਇਦ ਏਡੀਆਂ ਵੱਡੀਆਂ ਘਟਨਾਵਾਂ ਕਦੀ ਵੀ ਨਾ ਵਾਪਰਦੀਆਂ। ਹੁਣ ਮੈਨੂੰ ਇਹ ਪ੍ਰੇਰਿਤ ਤਾਂ ਲੱਗਦਾ ਪਿਆ ਰਾਜਨੀਤੀ ਤੋਂ, ਕਿਉਂਕਿ ਸਾਰਿਆਂ ਦੇ ਦੇਖੋ ਦਵਾ ਐਕਟਿਵ ਹੋ ਗਏ ਆ, ਜਦਕਿ ਪਹਿਲਾਂ ਕਿੰਨੀਆਂ ਬੇਅਦਬੀਆਂ ਹੋਈਆਂ, ਉਦੋਂ ਕਿਉਂ ਨਹੀਂ ਐਕਟਿਵ ਹੋਏ। ਇਸ ਕਰਕੇ ਮੈਂ ਤਾਂ ਚਾਹੁੰਦਾ ਵੀ ਇਸ ਘਟਨਾ ਦੀ ਬੜੀ ਵੱਡੀ ਜਾਂਚ ਹੋਣੀ ਚਾਹੀਦੀ ਹੈ। ਜਾਂਚ ਹੋਣ ਦੇ ਉੱਪਰ ਪਤਾ ਲੱਗੇ ਚਲੋ ਬੰਦਾ ਜਿਹੜਾ ਆ ਸੋਧਿਆ ਗਿਆ। ਨੰਬਰ 2 ਦੇ ਉੱਪਰ ਉਹ ਕਿਸ ਨੇ ਭੇਜਿਆ, ਉਹਦਾ ਕੀ ਮਗਰ ਪਲਾਨ ਸੀ। ਹੁਣ ਮੰਨ ਲਓ ਮੈਂ ਕਿਸੇ ਜਗ੍ਹਾ ਦੇ ਉੱਪਰ ਜਾਣਾ ਵਾ, ਕਲੀਅਰ ਤੇ ਮੈਨੂੰ ਵੀ ਆ ਨਾ ਵੀ ਜੇ ਉੱਥੇ ਇਹੋ ਜਿਹਾ ਕੰਮ ਕੀਤਾ ਮੈਨੂੰ ਮਾਰ ਦੇਣਗੇ। ਜੇ ਜਾਣ ਤਲੀ ਤੇ ਰੱਖ ਕੇ ਮੈਂ ਗਿਆ ਵਾਂ, ਇਹਦਾ ਮਤਲਬ ਕਿਸੇ ਦਾ ਤੇ ਭੇਜਿਆ ਹੋਇਆ ਗਿਆ ਹੋਵਾਂਗਾ ਨਾ। ਸਾਨੂੰ ਸਭ ਤੋਂ ਵੱਡੀ ਗੱਲ ਇਹ ਹੈ ਵੀ ਉਹਦੀ ਪੈੜ ਦੱਬ ਕੇ ਅਸੀਂ ਅਗਲੀ ਜੜ ਤੱਕ ਜਾਂਦੇ, ਤੇ ਜੜ ਤੱਕ ਜਾਂਦੇ ਹੋਏ ਉਹ ਪੂਰਾ ਬੇਅਦਬੀਆਂ ਦੀ ਜਿਹੜੀ ਸੀ ਨਾ ਇੱਕ ਲੰਬੀ ਚੇਨ ਬਣੀ ਹੋਈ, ਇਹਦਾ ਮਾਸਟਰਮਾਈਂਡ ਸਾਨੂੰ ਪਤਾ ਲੱਗ ਜਾਂਦਾ। ਉਹ ਵਿਅਕਤੀ ਆਂਦਾ ਉੱਥੇ, ਜਦੋਂ ਟਾਸਕ ਫੋਰਸ ਉਹਨੂੰ ਕਾਬੂ ਕਰਦੀ, ਉਹਦੀ ਤਲਾਸ਼ੀ ਲੈਂਦੀ ਹੈ, ਨਾ ਉਹਦੀ ਜੇਬ ਦੇ ਵਿੱਚ ਪੈਸੇ ਹੁੰਦੇ ਨੇ, ਨਾ ਕੋਈ ਆਈਡੀ ਕਾਰਡ ਹੁੰਦਾ, ਨਾ ਕੋਈ ਕੁਝ ਹੁੰਦਾ। ਮਤਲਬ ਉਹ ਪਹਿਲਾਂ ਤੋਂ ਹੀ ਪਲੈਨਿੰਗ ਕਰਕੇ ਆਇਆ ਸੀਗਾ ਵੀ ਤਾਂ ਕਿ ਮੇਰੀ ਪਛਾਣ ਨਾ ਕਿਸੇ ਨੂੰ ਲੱਗੇ। ਜਦੋਂ ਉਹ ਤੋਂ ਨਾਮ ਵੀ ਪੁੱਛਿਆ, ਉਹ ਕਹਿੰਦਾ ਮੈਨੂੰ ਮੇਰਾ ਨਾਮ ਨਹੀਂ ਪਤਾ। ਇਹ ਸਵਾਲ ਇੱਕ ਬਹੁਤ ਵੱਡਾ ਆ। ਮੈਨੂੰ ਲੱਗਦਾ ਕਿ ਉਸ ਵੇਲੇ ਉਹਨੂੰ ਇੱਕਦਮ ਸੰਗਤਾਂ ਦਾ ਇੱਕ ਰੋਹ ਸੀ, ਉਹਨੂੰ ਮਾਰ ਦਿੱਤਾ ਗਿਆ, ਸੋਧਾ ਲਾ ਦਿੱਤਾ ਗਿਆ। ਪਹਿਲੀ ਗੱਲ ਤੇ ਇਹ ਹੈ, ਮੈਂ ਜ਼ਿੰਮੇਵਾਰੀ ਦੇ ਨਾਲ ਇਹ ਗੱਲ ਕਹਿਣਾ ਕਿ ਜਿਹੜਾ ਸੋਧਾ ਲਾਇਆ ਮੈਂ ਇਸ ਦਾ ਸਮਰਥਨ ਕਰਦਾ ਵਾਂ, ਕਿਉਂਕਿ ਸਮਰਥਨ ਤਾਂ ਕਰਦਾ ਮੈਂ ਐਗਜ਼ਾਮਪਲ ਸੈੱਟ ਕੀਤੀ ਹੋਵੇ। ਉਸ ਤੋਂ ਬਾਅਦ ਅਗਲਾ ਕੋਈ ਵੀ ਬੇਅਦਬੀ ਕਰਨ ਤੋਂ ਪਹਿਲਾਂ ਲੱਖ ਵਾਰੀ ਸੋਚੇਗਾ। ਅੱਗੇ ਪਿੰਡਾਂ ਦੇ ਗੁਰਦੁਆਰਿਆਂ 'ਚ ਹੁੰਦੀ ਸੀ, ਮੁੜ ਕੇ ਤਖਤਾਂ ਦੇ ਉੱਪਰ, ਤਖਤਾਂ ਤੋਂ ਬਾਅਦ ਸਾਡੇ ਕੇਂਦਰੀ ਸਥਾਨ ਦੇ ਉੱਪਰ ਹੋ ਗਈਆਂ। ਹੁਣ ਇਹਦੋਂ ਬਾਅਦ ਅਸੀਂ ਬਰਦਾਸ਼ਤ ਕਿੰਨਾ ਕੁ ਕਰ ਲਈਏ। ਦਿੱਲੀ ਵਾਲੀ ਘਟਨਾ ਵਾਪਰੀ, ਐਗਜ਼ਾਮਪਲ ਸੈੱਟ ਹੋ ਗਈ। ਹੁਣ ਆਹ ਘਟਨਾ ਵਾਪਰੀ ਹੈ, ਐਗਜ਼ਾਮਪਲ ਸੈੱਟ ਹੋ ਗਈ ਹੈ। ਮੈਂ ਦਾਅਵਾ ਇਸ ਗੱਲ ਦਾ ਕਰਦਾ ਕਿ ਅੱਗੇ ਤੋਂ ਕੋਈ ਸੋਚ ਸਮਝ ਕੇ ਆਵੇਗਾ, ਉਹਨੂੰ ਪਤਾ ਹੈ। ਪਰ ਸਵਾਲ ਫਿਰ ਉੱਥੇ ਦੀ ਉੱਥੇ ਆ ਗਿਆ, ਬੰਦੇ ਦੀ ਜੇਬ ਦੇ ਵਿੱਚ ਆਈਡੀ ਕਾਰਡ ਨਹੀਂ ਹੈ, ਬੰਦੇ ਦੀ ਜੇਬ ਦੇ ਵਿੱਚ ਖਰਚਾ ਨਹੀਂ ਹੈ, ਉਹ ਕਿਸ ਨੇ ਭੇਜਿਆ ਦੱਸਦਾ ਨਹੀਂ ਹੈ, ਆਪਣਾ ਨਾਮ ਤੱਕ ਵੀ ਸ਼ੋਅ ਨਹੀਂ ਕਰਦਾ ਪਿਆ। ਤੇ ਫਿਰ ਉਸ ਵੇਲੇ ਮੈਨੂੰ ਲੱਗਦਾ ਵੀ ਆਪਾਂ ਬਰੀਕੀ ਤੱਕ ਜਾ ਸਕਦੇ ਸਾਂ ਜੇ ਜਲਦਬਾਜ਼ੀ ਤੋਂ ਜਜ਼ਬਾਤਾਂ ਤੋਂ ਕੰਮ ਨਾ ਲੈਂਦੇ ਤੇ। ਪਰ ਜਜ਼ਬਾਤੀ ਹੋ ਕੇ ਕਈ ਵਾਰੀ ਐਸਾ ਹੋ ਗਿਆ। ਪਰ ਸੌਦੇ ਦਾ ਸਮਰਥਨ ਕਰਦਾ ਮੈਂ। ਇੱਕ ਹੋ ਰਿਹਾ, ਅੱਜ ਇਹ ਘਟਨਾ ਵਾਪਰਦੀ ਹੈ, ਕਿਸੇ ਨੇ ਨਹੀਂ ਕਿਹਾ ਵੀ ਬਹੁਤ ਮਾੜਾ ਕੀਤਾ, ਬੰਦਾ ਮਾਰ ਦਿੱਤਾ ਗਿਆ, ਇੱਕਾ ਦੁੱਕਾ ਨੇ ਕਿਹਾ ਤਾਂ ਉਹਦਾ ਜਲੂਸ ਨਿਕਲ ਗਿਆ। ਪਰ ਜਦੋਂ ਨਿਹੰਗਾਂ ਨੇ ਇਹ ਕਾਰਜ ਕੀਤਾ ਸੀ, ਜਿਹੜੇ ਉਦੋਂ ਉਹਨਾਂ ਨੂੰ ਗਲਤ ਠਹਿਰਾ ਰਹੇ ਸੀ, ਅੱਜ ਦਰਬਾਰ ਸਾਹਿਬ ਦੀ ਘਟਨਾ ਦੇ ਉੱਪਰ ਸਹੀ ਠਹਿਰਾ ਰਹੇ ਨੇ। ਚਲੋ ਸਹਿਮਤੀ ਅਸਹਿਮਤੀ ਹੁੰਦੀ ਹੈ, ਜ਼ਰੂਰੀ ਨਹੀਂ ਕਿ ਅੱਜ ਮੈਂ ਤੁਹਾਡੇ ਨਾਲ ਨਾ ਸਹਿਮਤ ਹੋਵਾਂ ਤੇ ਕੱਲ ਵੀ ਮੈਂ ਸ਼ਰਮ ਦੇ ਨਾਲ ਸਹਿਮਤ ਨਹੀਂ ਹੋ ਸਕਦਾ ਕੱਲ ਨੂੰ ਮੈਂ ਸਹਿਮਤ ਹੋ ਜਾਵਾਂ, ਹੋ ਸਕਦਾ ਅੱਜ ਦੀ ਸਹਿਮਤੀ ਹੈ ਕੱਲ ਦੀ ਅਸਹਿਮਤੀ ਬਣ ਜਾਵੇ। ਇਹ ਹੋਇਆ। ਪਰ ਸਮੇਂ ਦੇ ਉੱਪਰ ਜਦੋਂ ਐਸਾ ਘਟਨਾ ਵਾਪਰ ਜਾਂਦੀ ਹੈ ਤੇ ਉਸ ਵੇਲੇ ਅਸੀਂ ਕਈ ਵਾਰੀ ਦੋਸ਼ੀ ਦੇ ਨਾ ਇੱਕ ਡਿਫੈਂਸ ਦੇ ਦਿੰਦੇ ਆ ਉਸੇ ਵੇਲੇ ਵੀ ਨਹੀਂ ਜੀ ਇਹ ਬਹੁਤ ਮਾੜਾ ਹੋ ਗਿਆ ਜੀ, ਬੰਦਾ ਮੰਦਬੁੱਧੀ ਵੀ ਹੋ ਸਕਦਾ ਆ। ਤੁਸੀਂ ਦੇਖੋ ਬੰਦਾ ਮੰਦਬੁੱਧੀ ਹੋ ਸਕਦਾ ਆ, ਸਾਰੇ ਕੈਮਰਿਆਂ ਦੇ ਵਿੱਚ ਅੰਦਰ ਆਇਆ, ਇਸ ਮੰਦਬੁੱਧੀ ਨੇ ਕੋਈ ਐਸੀ ਹਰਕਤ ਨਹੀਂ ਕੀਤੀ। ਫਿਰ ਕੱਲ ਮੈਂ ਕਿਸੇ ਦਾ ਕਮੈਂਟ ਪੜ੍ਹਦਾ ਪਿਆ ਸਾਂ, ਕਹਿੰਦਾ ਕਈ ਵਾਰੀ ਦਰਬਾਰ ਸਾਹਿਬ ਦੇ ਵਿੱਚ ਜ਼ਿਆਦਾ ਭੀੜ ਹੁੰਦੀ ਹੈ, ਉਹ ਕਿਤੇ ਅਦਰ ਕਮਿਊਨਿਟੀ ਦੇ ਵਿੱਚੋਂ ਹੋਵੇਗਾ, ਉਹਨੂੰ ਨਹੀਂ ਪਤਾ ਲੱਗਾ, ਜੰਗਲਾ ਟੱਪ ਗਿਆ। ਭਾਜੀ ਜੰਗਲਾ ਟੱਪ ਕੇ ਅਗਲੇ ਪਾਸੇ ਜਾ ਕੇ ਕਿਰਪਾਨ ਚੁੱਕਣੀ ਸ਼ਸਤਰਾਂ ਨੂੰ ਪੈਣਾ, ਕੀ ਗੱਲ ਇਹ ਪਾਗਲ ਬੰਦੇ ਦਾ ਕੰਮ ਹੁੰਦਾ? ਜੇ ਜੰਗਲਾ ਮੰਨ ਲਓ, ਪਹਿਲੀ ਗੱਲ ਤੇ ਜੰਗਲਾ ਟੱਪਣਾ ਹੀ ਨਹੀਂ ਚਾਹੀਦਾ। ਆਪਾਂ ਨਹੀਂ ਟੱਪ ਜਾਂਦੇ, ਕਿੰਨੀ ਭੀੜ ਦੇ ਵਿੱਚੋਂ ਦਰਸ਼ਨ ਦੀਦਾਰ ਕਰਦੇ ਆ। ਔਰ ਦੁਨੀਆ ਦਰਬਾਰ ਸਾਹਿਬ ਕੱਲਾ ਸਿੱਖ ਥੋੜਾ ਹੁੰਦਾ, ਹਿੰਦੂ ਆਉਂਦਾ, ਮੁਸਲਮਾਨ ਆਉਂਦਾ, ਬੋਧੀ ਆਉਂਦਾ, ਜੈਨੀ ਆਉਂਦਾ, ਸਾਰੇ ਆਉਂਦੇ ਨੇ। ਕਦੀ ਕਿਸੇ ਨੇ ਜੰਗਲਾ ਨਹੀਂ ਟੱਪਿਆ। ਉਹ ਜੰਗਲਾ ਟੱਪਦਾ, ਜੰਗਲਾ ਟੱਪਣ ਤੋਂ ਬਾਅਦ ਅਗਲੇ ਪਾਸੇ ਇੱਕਦਮ ਜਾ ਕੇ ਬਿਨਾਂ ਕਿਸੇ ਦੇਰੀ ਦੇ ਇੰਨਾ ਕੋਈ ਐਕਟਿਵ ਹੈ, ਕਿਰਪਾਨ ਚੁੱਕ ਲੈਂਦਾ। ਜੇ ਉਸ ਬੰਦੇ ਨੂੰ ਉਸ ਵੇਲੇ ਵੱਢਿਆ ਨਾ ਜਾਵੇ, ਕੁੱਟਿਆ ਨਾ ਜਾਵੇ, ਮਾਰਿਆ ਨਾ ਜਾਵੇ, ਤੇ ਦੱਸੋ ਕੀ ਕੀਤਾ ਜਾਵੇ? ਫਿਰ ਇਹਦਾ ਮਤਲਬ ਇਹ ਹੈ ਵੀ ਜੇ ਉਹ ਕਿਰਪਾਨ ਚੁੱਕ ਲਈ ਹੈ, ਜੇ ਸਾਡੇ ਰਹਿਰਾਜ ਸਾਹਿਬ ਕਰਦੇ ਸਿੰਘ ਸਾਹਿਬ ਤੋਂ ਵੱਢ ਦਿੰਦਾ ਤੇ ਫਿਰ ਅਸੀਂ ਚੁੱਪ ਰਹਿ ਜਾਂਦੇ। ਫਿਰ ਅਸੀਂ ਕੀ ਕਹਿਣਾ ਸੀ? ਅਸੀਂ ਕਹਿਣਾ ਸੀ ਦਰਬਾਰ ਸਾਹਿਬ ਦੇ ਅਗਲੇ ਪਾਸੇ ਸ਼ਸਤਰ ਰੱਖੇ ਆ। ਨਿਹੰਗ ਸਿੰਘਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਬਾਬਾ ਜੀ ਬੰਦਾ ਵੱਢ ਦਿੱਤਾ, ਉਹ ਕਹਿੰਦੇ ਜੇ ਨਾ ਵੱਢਦੇ ਫਿਰ ਤੁਸੀਂ ਕਹਿਣਾ ਸੀ ਇਹ ਖਾਂਦੇ ਆ ਬੱਕਰੇ, ਇਹ ਪੀਂਦੇ ਆ ਭੰਗ, ਕਰਨ ਜੋਗੇ ਕੁਛ ਨਹੀਂ, ਸ਼ਰੇਆਮ ਹੋ ਗਈਆਂ ਬੇਅਦਬੀਆਂ। ਕਹਿੰਦਾ ਹੁਣ ਜੇ ਵੱਢ ਦਿੱਤਾ ਆ ਤੇ ਕਹਿੰਦਾ ਹੁਣ ਵੀ ਤੁਸੀਂ ਸੌਖੇ ਨਹੀਂ ਗਏ। ਮੈਂ ਕਿਹਾ ਜੀ ਮੈਂ ਤਾਂ ਤੁਹਾਡੇ ਨਾਲ ਖੜਾ ਮੈਂ, ਲੋਕ ਆਵਾਜ਼ ਕੀ ਹੈ ਮੈਂ ਉਹ ਲੈ ਕੇ ਆਇਆ ਵਾਂ, ਕਿਉਂਕਿ ਪੱਤਰਕਾਰ ਨੇ ਲੋਕ ਆਵਾਜ਼ ਚੱਕਣੀ ਹੁੰਦੀ ਹੈ।
ਕਈ ਵਾਰੀ ਤੁਹਾਡੇ ਸਵਾਲ ਬੜੇ ਨੈਗੇਟਿਵ ਵੀ ਹੁੰਦੇ ਆ ਕਿਉਂਕਿ ਲੋਕਾਂ ਦੇ ਸਵਾਲ ਹੁੰਦੇ ਆ ਨਾ, ਇਸ ਕਰਕੇ ਹੁਣ ਕਈ ਵਾਰੀ ਲੋਕ ਸਾਨੂੰ ਇਹ ਗੱਲ ਕਹਿੰਦੇ ਪੱਤਰਕਾਰ ਦਾ ਸਵਾਲ ਜਿਹੜਾ ਸੀ ਮਾੜਾ ਸੀ ਜੀ, ਇਹਨੇ ਜਵਾਬ ਨਹੀਂ, ਪੱਤਰਕਾਰ ਨੇ ਤਾਂ ਸਗੋਂ ਅੰਦਰੋਂ ਗੱਲ ਕਢਾਉਣੀ ਹੁੰਦੀ ਹੈ। ਹੁਣ ਸਭ ਤੋਂ ਵੱਡੀ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਮੈਂ ਕਹਿਣਾ ਪਿਆ ਮੈਂ ਐਸਜੀਪੀਸੀ ਨੂੰ ਕਦੀ ਵੀ ਬਹੁਤਾ ਤੁਸੀਂ ਸੁਣਿਆ ਹੋਵੇਗਾ, ਮੈਂ ਬਹੁਤੇ ਕੰਮਾਂ ਦੇ ਵਿੱਚ ਚੰਗੇ ਨਹੀਂ ਗਿਣਦਾ, ਕਈਆਂ ਗੱਲਾਂ ਦੇ ਵਿੱਚ ਮੇਰੇ ਮਤਭੇਦ ਨੇ, ਉਹ ਮੇਰੇ ਗੁਰੂ ਨਾਲ ਨਹੀਂ ਹੈ, ਉਹ ਸਿਸਟਮ ਦੇ ਨਾਲ ਮੇਰੀ ਇੱਕ ਲੜਾਈ ਹੈ, ਉਹ ਲੜਾਈ ਅੱਗੇ ਵੀ ਚੱਲਦੀ ਰਹੇਗੀ, ਸਿਸਟਮ ਦੇ ਨਾਲ ਹੈ। ਬਟ ਇਸ ਕੰਮ ਦੀ ਮੈਂ ਸ਼ਲਾਘਾ ਕਰਦਾ ਹਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਜਿਹੜਾ ਜਦੋਂ ਉਹਨਾਂ ਨੇ ਪੁਲਿਸ ਨੂੰ ਬੰਦਾ ਫੜਾਇਆ ਉਦੋਂ ਅਸੀਂ ਵਿਰੋਧ ਕੀਤਾ ਵੀ ਪੁਲਿਸ ਨੂੰ ਬੰਦਾ ਕਿਉਂ ਫੜਾਇਆ। ਹੁਣ ਉਹਨਾਂ ਨੇ ਇਸ ਵਾਰੀ ਸੋਧਾ ਲਾਤਾ, ਹੁਣ ਤੇ ਫਿਰ ਮੈਨੂੰ ਇੱਕ ਪਾਸੇ ਤੇ ਖੜਨਾ ਪਏਗਾ, ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਹੈ। ਜਦੋਂ ਪੁਲਿਸ ਨੂੰ ਫੜਾਇਆ ਉਦੋਂ ਤਾਂ ਮੈਂ ਵਿਰੋਧ ਕਰ ਦਿੱਤਾ ਵੀ ਇਹਨਾਂ ਨੇ ਪੁਲਿਸ ਨੂੰ ਕਿਉਂ ਫੜਾਇਆ। ਹੁਣ ਜੇ ਉਹਨਾਂ ਨੇ ਬੰਦੇ ਨੂੰ ਖਤਮ ਕਰ ਦਿੱਤਾ ਤੇ ਹੁਣ ਵੀ ਮੈਂ ਉਹਨਾਂ ਦਾ ਵਿਰੋਧ ਕਰਾਂ ਤੇ ਇਹਦਾ ਮਤਲਬ ਮੇਰਾ ਕੋਈ ਵੀ ਸਟੈਂਡ ਨਹੀਂ ਹੈ। ਇਸ ਕਰਕੇ ਹੁਣ ਮੈਨੂੰ ਇੱਕ ਜਗ੍ਹਾ ਤੇ ਖੜਨਾ ਪੈਣਾ ਹੈ। ਸੋਧੇ ਦਾ ਸਮਰਥਨ ਕਰਦਾ ਮੈਂ, ਪਰ ਜੇ ਕਿੰਨਾ ਚੰਗਾ ਖੁੰਦਾ, ਇਹ ਬਾਤ ਦੀ ਗੱਲ ਹੈ, ਕਿੰਨਾ ਚੰਗਾ ਖੁੰਦਾ ਜੇ ਉਸ ਬੰਦੇ ਤੋਂ ਮਗਰਲੀ ਚੇਨ ਤੱਕ ਅਸੀਂ ਅੱਪੜ ਜਾਂਦੇ ਤੇ ਕਾਫੀ ਹੱਦ ਤੱਕ ਪਤਾ ਲੱਗ ਜਾਂਦਾ ਵੀ ਮਗਰ ਕੌਣ ਹੈ। ਇਲੈਕਸ਼ਨ ਦੇ ਦਿਨਾਂ ਦੇ ਵਿੱਚ ਇਸ ਤਰੀਕੇ ਦੀ ਘਟਨਾ ਵਾਪਰਦੀ ਹੈ। ਮਕਸਦ 24 ਘੰਟੇ ਦੇ ਵਿੱਚ ਦੋ ਘਟਨਾ ਵਾਪਰੀਆਂ ਨੇ, ਇੱਕ ਦਰਬਾਰ ਸਾਹਿਬ, ਇੱਕ ਸਵੇਰੇ 4 ਵਜੇ ਕਪੂਰਥਲੇ ਦੇ ਵਿੱਚ ਇਹ ਘਟਨਾ ਵਾਪਰੀ ਹੈ। ਉੱਥੇ ਰਾਗੀ ਸਿੰਘ ਕਹਿ ਰਹੇ ਕਿ ਅਸੀਂ ਸਵੇਰੇ 4 ਵਜੇ ਨਿਤਨੇਮ ਦਾ ਪਾਠ ਕਰਨ ਲਈ ਉੱਠੇ ਤਾਂ ਨਿਸ਼ਾਨ ਸਾਹਿਬ ਤੇ ਇੱਕ ਵਿਅਕਤੀ ਚੜਿਆ ਸੀਗਾ, ਉਹ ਕਹਿ ਰਿਹਾ ਕਿ ਮੈਨੂੰ ਦਿੱਲੀ ਤੋਂ ਕਿਸੇ ਨੇ ਪੈਸੇ ਦੇ ਕੇ ਭੇਜਿਆ, ਉਹ ਵੀ ਆਪਣਾ ਨਾਮ ਨਹੀਂ ਦੱਸ ਰਿਹਾ, ਨਾ ਇਹ ਦੱਸ ਰਿਹਾ ਮੈਨੂੰ ਭੇਜਿਆ ਕਿੰਨੇ। ਭਾਜੀ ਉਹਨੂੰ ਕੁੱਟਿਆ ਜਾ ਰਿਹਾ, ਉਹ ਵੀ ਮੈਂ ਦੇਖਿਆ, ਉਹਨੂੰ ਮਾਰਿਆ ਜਾ ਰਿਹਾ, ਕੁੱਟਿਆ ਜਾ ਰਿਹਾ, ਉਹ ਰੋ ਰਿਹਾ ਪਰ ਦੱਸ ਨਹੀਂ ਰਿਹਾ। ਹੁਣ ਤੁਸੀਂ ਇੱਥੋਂ ਲਾਓ ਨਾ ਅੰਦਾਜ਼ਾ ਵੀ ਮੰਨ ਲਓ ਮੈਂ ਕਿਸੇ ਦਾ ਭੇਜਿਆ ਹੋਇਆ ਮੈਂ ਨਾਮ ਨਹੀਂ ਜਨਤਕ ਕਰਦਾ ਪਿਆ, ਮੈਨੂੰ ਕੁੱਟ ਪੈ ਰਹੀ, ਮੈਂ ਫਿਰ ਵੀ ਨਹੀਂ ਦੱਸਦਾ ਪਿਆ। ਇਹਦਾ ਮਤਲਬ ਮਗਰ ਕਿੱਡਾ ਵੱਡਾ ਇੱਕ ਤਗੜਾ ਪਲਾਨ ਹੋਵੇਗਾ, ਮੈਂ ਕਿੰਨਾਂ ਦਾ ਤਿਆਰ ਕੀਤਾ ਹੋਇਆ ਉਹ ਤੇ ਉਹ ਗੱਲ ਬਣ ਗਈ ਨਾ ਜੇ ਪਿਛਲੇ ਸਮੇਂ ਦੇ ਵਿੱਚ ਕਹਿੰਦੇ ਹੁੰਦੇ ਸੀ ਵੀ ਕਿਤੇ ਵੀ ਬਲਾਸਟ ਕਰਨਾ ਮਨੁੱਖੀ ਬੰਬ ਬਣ ਕੇ ਬਲਾਸਟ ਕਰ ਦਿੰਦੇ ਹੁੰਦੇ ਸੀ, ਹਨਾ। ਉਹ ਆਪਣੀ ਜਾਨ ਦੀ ਪਰਵਾਹ ਨਹੀਂ ਸੀ ਕਰਦੇ ਹੁੰਦੇ ਕਿਉਂਕਿ ਉਹਨਾਂ ਦੇ ਦਿਮਾਗ ਦੇ ਵਿੱਚ ਗੱਲ ਬਿਠਾਈ ਜਾਂਦੀ ਹੁੰਦੀ ਸੀ ਵੀ ਆਹੀ ਧਰਮ ਹੈ, ਇਸ ਤੋਂ ਅੱਗੇ ਧਰਮ ਖਤਮ ਹੋ ਜਾਂਦਾ ਹੈ, ਧਰਮ ਦੀ ਖਾਤਰ ਆਪਣੀ ਜਾਨ ਦਿਓ। ਇਹਨਾਂ ਬੱਚਿਆਂ ਨੂੰ, ਇਹਨਾਂ ਬੰਦਿਆਂ ਨੂੰ ਕੌਣ ਪ੍ਰੇਰਨਾ ਦਿੰਦਾ ਪਿਆ ਹੈ। ਹੁਣ ਇੱਥੇ ਚੰਨੀ ਸਰਕਾਰ ਤੇ ਮੇਰਾ ਚਿੱਟਾ ਸਵਾਲ ਹੈ, ਔਰ ਕਿਉਂਕਿ ਮੌਜੂਦਾ ਸਰਕਾਰ ਦੇ ਉੱਪਰ ਹੀ ਕਰਾਂਗੇ ਨਾ। ਹੁਣ ਕਈਆਂ ਨੇ ਕਹਿਣਾ ਸ਼ਾਇਦ ਇਲੈਕਸ਼ਨ ਆ ਗਏ ਮਗੂ ਇਸ ਕਰਕੇ ਬਾਦਲ ਤੇ ਉਂਗਲ ਨਹੀਂ ਕਰਦਾ। ਹੁਣ ਜਿਹੜਾ ਭਾਜੀ ਉੱਥੇ ਬੈਠਾ ਉਹ ਗ੍ਰਹਿ ਮੰਤਰੀ, ਹੁਣ ਜੇ ਸੁਖਬੀਰ ਬਾਦਲ ਹੁੰਦਾ ਮੈਂ ਉੱਤੇ ਸਵਾਲ ਕਰਦਾ, ਹੁਣ ਗ੍ਰਹਿ ਮੰਤਰੀ ਰੰਧਾਵਾ ਉੱਤੇ ਸਵਾਲ ਕਰੂੰਗਾ ਨਾ। ਇਸ ਕਰਕੇ ਮੌਜੂਦਾ ਸਰਕਾਰ ਤੇ ਮੈਂ ਸਵਾਲ ਕਰਦਾ ਮੈਂ ਕਿ ਇਹਨੂੰ ਇਲੈਕਸ਼ਨ ਦਾ ਮੁੱਦਾ ਬਣਾਉਣ ਦੀ ਬਜਾਏ, ਜੇ ਤੁਸੀਂ ਸੋਚੋ ਵੀ ਇਲੈਕਸ਼ਨ ਦਾ ਮੁੱਦਾ ਹੈ, ਇੱਕ ਅੰਮ੍ਰਿਤਸਰ ਇਕੱਠ ਕਰ ਦਿੱਤਾ, ਇੱਕ ਦਵਾ ਅਸੀਂ ਆਦੇਸ਼ ਜਾਰੀ ਕਰ ਦਿੱਤੇ, ਇਹਨਾਂ ਨੂੰ ਆਦੇਸ਼ ਜਾਰੀ ਕਰਨ ਦੇ ਨਾਲੋਂ ਮੈਂ ਕਹਿੰਦਾ ਵੀ ਇਹਨਾਂ ਕੁਝ ਮੁੱਦੇ ਦੇ ਉੱਪਰ ਹੁਣ ਚੰਨੀ ਸਾਹਿਬ ਦਾ ਪਿਛਲੇ ਦਿਨਾਂ ਵਿੱਚ ਬਿਆਨ ਆਇਆ ਸੀ ਵੀ ਬੇਅਦਬੀ ਦਾ ਮੁੱਦਾ ਜਿਹੜਾ ਨਾ ਇਹ ਰੂਹ ਦਾ ਮੁੱਦਾ ਆ, ਰੂਹ ਨਾਲ ਜੁੜਿਆ ਹੋਇਆ। ਜੇ ਰੂਹ ਨਾਲ ਜੁੜਿਆ ਹੋਇਆ ਤਾਂ ਰੂਹ ਨਾਲ ਇੱਥੇ ਕੰਮ ਕਰਕੇ ਵਿਖਾਉਣ, ਸਾਨੂੰ ਪਤਾ ਲੱਗੇ ਕਿ ਚੰਨੀ ਜੀ ਭਾਵੇਂ ਥੋੜੇ ਸਮੇਂ ਲਈ ਆਏ ਸਨ ਪਰ ਸਾਨੂੰ ਬੇਅਦਬੀਆਂ ਦਾ ਹਿਸਾਬ ਕਿਤਾਬ ਦੇ ਗਏ। ਇਹ ਤੇ ਸਵਾਲ ਇਸ ਸਰਕਾਰ ਦੇ ਉੱਪਰ, ਮੌਜੂਦਾ ਦੇ ਉੱਪਰ ਮੈਂ ਖੜਾ ਕਰਦਾ ਵਾਂ। ਦੂਜੇ ਨੰਬਰ ਦੇ ਉੱਪਰ ਇੱਥੇ ਮੈਂ ਬਾਦਲ ਸਰਕਾਰ ਜਾਂ ਜਿਹੜੇ ਦੂਸਰੇ ਆਪਣੇ ਸੱਤਾ ਤੋਂ ਬਾਹਰ ਨੇ, ਵਿਰੋਧੀ ਧਿਰਾਂ ਆ ਗਈਆਂ, ਤੀਜੇ ਨੰਬਰ ਦੇ ਉੱਪਰ ਆ ਗਈਆਂ, ਉਹਨਾਂ ਨੂੰ ਵੀ ਬੇਨਤੀ ਕਰਾਂਗਾ ਇਹਨੂੰ ਇਲੈਕਸ਼ਨ ਮੁੱਦਾ ਨਾ ਬਣਾ ਲਿਆ ਜੇ ਤੁਸੀਂ ਇਲੈਕਸ਼ਨ ਮੁੱਦਾ ਬਣਾਓਗੇ ਅਸੀਂ ਡਟ ਕੇ ਤੁਹਾਡਾ ਵਿਰੋਧ ਕਰਾਂਗੇ। ਕਿਉਂਕਿ ਜੇ ਸੱਚੀ ਮੁੱਚੀ ਤੁਸੀਂ ਇੰਨੀ ਸੰਜੀਦਗੀ ਨਾਲ ਪਹਿਲਾਂ ਬਿਆਨ ਦਿੱਤੇ ਹੁੰਦੇ ਨਾ ਤੇ ਅੱਜ ਇਹ ਘਟਨਾਵਾਂ ਕਦੀ ਨਾ ਵਾਪਰਦੀਆਂ। ਇਹਦਾ ਮਤਲਬ ਇਹ ਇਲੈਕਸ਼ਨ ਨੇੜੇ ਆਉਣ ਕਰਕੇ ਤੁਸੀਂ ਪੱਬਾਂ ਪਰ ਹੋਏ ਪਏ ਹੋ। ਤੁਸੀਂ ਇੱਕ ਗੱਲ ਦੱਸੋ, ਚਲੋ ਮੈਂ ਤੁਹਾਡੇ ਤੇ ਸਵਾਲ ਕਰਦਾ, ਜਦੋਂ ਤਖਤ ਸਾਹਿਬ ਤੇ ਬੇਅਦਬੀ ਹੋਈ ਸੀ ਉਦੋਂ ਸਰਕਾਰਾਂ ਦੇ ਬਿਆਨ ਆਏ? ਨਹੀਂ ਆਏ। ਉਦੋਂ ਪ੍ਰਕਾਸ਼ ਸਿੰਘ ਬਾਦਲ ਦੀ ਵੀਡੀਓ ਆਈ? ਨਹੀਂ ਆਈ। ਉਦੋਂ ਚੰਨੀ ਦਾ ਕੋਈ ਬਿਆਨ ਆਇਆ? ਨਹੀਂ ਆਇਆ। ਉਦੋਂ ਮੌਜੂਦਾ ਜਿਹੜੇ ਗ੍ਰਹਿ ਮੰਤਰੀ ਨੇ ਇਹਨਾਂ ਨੇ ਕੋਈ ਪੁਲਿਸ ਨਾਲ ਮੀਟਿੰਗ ਲਈ? ਨਹੀਂ ਲਈ। ਲੁਧਿਆਣੇ ਦਾ ਮਾਮਲਾ ਸੀ, ਅਨਿਲ ਅਰੋੜਾ ਵਾਲਾ ਮਾਮਲਾ, ਇਹਦੇ ਵਿੱਚ ਮੀਡੀਆ ਤੁਹਾਡੇ ਵਰਗੇ ਚੈਨਲਾਂ ਦਾ ਮੈਂ ਰਿਣੀ ਆ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ, ਠੀਕ ਹੈ ਜੀ। ਉਹਦੇ ਵਿੱਚ ਅਸੀਂ ਸਾਰੇ ਗਏ, ਪਰ ਜ਼ਬਾਨ ਸੜਦੇ ਉਹਨਾਂ ਪੋਲੀਟੀਕਲ ਲੋਕਾਂ ਦੀ ਜਿਹੜੇ ਆਪਣੇ ਆਪ ਨੂੰ ਪੰਥਕ ਖਮਾਉਂਦੇ ਨੇ, ਜਿਹੜੇ ਸੱਤਾ ਤੋਂ ਬਾਹਰ ਨੇ ਜਾਂ ਸੱਤਾ ਦੇ ਅੰਦਰ ਨੇ। ਮੈਂ ਸਾਰਿਆਂ ਦੀ ਗੱਲ ਕਰਦਾ, ਕਿਸੇ ਇੱਕ ਦੀ ਨਹੀਂ ਗੱਲ ਕਰਦਾ। ਕਿਸੇ ਇੱਕ ਦਾ ਬਿਆਨ ਨਹੀਂ ਆਇਆ। ਕੀ ਗੱਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੁਹਾਡੇ ਸਾਡੇ ਨੇ, ਇਹਨਾਂ ਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨਹੀਂ ਲੱਗਦੇ? ਕਿ ਇਲੈਕਸ਼ਨ ਦਾ ਮੁੱਦਾ ਏਡਾ ਵੱਡਾ ਹੋ ਗਿਆ? ਮੈਂ ਤਾਂ ਹੈਰਾਨ ਆ ਵੀ ਹਿੰਦੂ ਭਰਾਵਾਂ ਨੇ ਵੀ ਕਿਸੇ, ਤੁਸੀਂ ਦੱਸੋ ਇਹਦਾ ਸਮਰਥਨ ਕਿਸ ਨੇ ਕੀਤਾ? ਕੋਈ ਹਿੰਦੂ ਸੰਗਠਨ ਵੀ ਆਇਆ ਕਿਤੇ ਸਾਹਮਣੇ ਖੁੱਲ੍ਹ ਕੇ ਕਿਸੇ ਨੇ ਕਿਹਾ ਹੋਵੇ ਵੀ ਅਸੀਂ ਨਾਲ ਖੜੇ ਹਾਂ? ਵੀ ਉਹਨਾਂ ਵੀਰਾਂ ਨੂੰ ਵੀ ਇਸ ਗੱਲ ਦਾ ਮਹਿਸੂਸ ਹੋਇਆ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਪ੍ਰਤੀ ਮਾੜਾ ਬੋਲਿਆ ਗਿਆ ਹੈ, ਬਹੁਤ ਮਾੜੀ ਗੱਲ ਹੈ। ਪਰ ਸਾਡੇ ਪੋਲੀਟੀਕਲ ਲੀਡਰਸ ਕਿੱਥੇ ਸਨ? ਜੇ ਉਦੋਂ ਵੀ ਇਹ ਕਿਤੇ ਐਕਟਿਵ ਹੋਏ ਹੁੰਦੇ, ਹੋ ਸਕਦਾ ਦਰਬਾਰ ਸਾਹਿਬ ਵਾਲੀ ਘਟਨਾ ਨਾ ਵਾਪਰਦੀ। ਪਰ ਮੈਂ ਇੱਕ ਬੇਨਤੀ ਕਰਨ ਲੱਗਾ, ਮੈਂ ਤੁਹਾਡੇ ਚੈਨਲ ਦੇ ਉੱਪਰ 2 ਘਟਨਾਵਾਂ ਸੈੱਟ ਕਰਕੇ ਦਿੱਤੀਆਂ ਨੇ ਰੱਖ। ਇੱਕ ਨਿਹੰਗ ਸਿੰਘਾਂ ਨੇ, ਇੱਕ ਇੱਥੇ ਸੰਗਤਾਂ ਦੇ ਰੋਹ ਨੇ, ਠੀਕ ਹੈ, ਇਹ ਰੱਖ ਦਿੱਤੀਆਂ ਨੇ ਸੈੱਟ ਕਰਕੇ। ਹੁਣ ਇਹ ਘਟਨਾ ਅੱਗੇ ਤੋਂ ਨਾ ਵਾਪਰੇ ਉਹਦੇ ਲਈ ਘਟਨਾਵਾਂ ਸੈੱਟ ਨੇ। ਜਿਹੜੇ ਬੰਦਿਆਂ ਦੇ ਉੱਪਰ ਕੇਸ ਪਿਆ ਜਾਂ ਜਿਹੜੇ ਜੇਲ੍ਹ ਦੇ ਵਿੱਚ ਨੇ ਜਾਂ ਜੇਲ੍ਹ ਦੇ ਵਿੱਚ ਹੁਣ ਜਾਣਗੇ, ਉਹਨਾਂ ਸਾਰਿਆਂ ਦੀ ਪੈਰਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ। ਉਹ ਕੇਸਾਂ ਦੀ ਪੈਰਵਾਈ ਕਰੇ ਨਾ। ਫਿਰ ਹੁਣ ਮੰਨ ਲਓ ਮੇਰੇ ਅੰਦਰ ਦਰਦ ਆਇਆ, ਮੇਰੇ ਸਾਹਮਣੇ ਬੇਅਦਬੀ ਹੋਣ ਲੱਗੀ ਸੀ, ਮੈਂ ਬੰਦਾ ਮਾਰਤਾ, ਵੱਢਤਾ, ਠੀਕ ਹੈ ਜੀ, ਮੈਂ ਆਪਣੀ ਜ਼ਿੰਮੇਵਾਰੀ ਪੂਰੀ ਕਰ ਦਿੱਤੀ।
ਹੁਣ ਪਿਛਲੇ ਪਾਸੇ ਸੰਸਥਾਵਾਂ ਦੀ ਵੀ ਤਾਂ ਕੋਈ ਜ਼ਿੰਮੇਵਾਰੀ ਬਣਦੀ ਹੈ ਨਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜ਼ਿੰਮੇਵਾਰੀ ਨਿਭਾਵੇ, ਦਿੱਲੀ ਪ੍ਰਬੰਧਕ ਕਮੇਟੀ ਆਪਣੀ ਜ਼ਿੰਮੇਵਾਰੀ ਨਿਭਾਵੇ ਵੀ ਜਿਹੜੇ ਸਿੰਘ ਇਸ ਮਾਮਲੇ ਦੇ ਵਿੱਚ ਆਉਣਗੇ ਉਹਨਾਂ ਦੇ ਘਰ ਪਰਿਵਾਰ ਤੱਕ ਦੀ, ਉਹਨਾਂ ਨੂੰ ਬਕਾਇਦਾ ਬਰੀ ਕਰਵਾਉਣ ਤੱਕ ਦੀ, ਜਾਂ ਉਹਨਾਂ ਦਾ ਜਿੰਨਾ ਵੀ ਇਹ ਸਾਰਾ ਖਰਚਾ ਹੋਏਗਾ ਅਸੀਂ ਚੱਲਾਂਗੇ। ਤਾਂ ਭਾਜੀ ਟੀਮ ਵਰਕ ਬਣਾ ਕੇ ਚੱਲਿਆ ਜਾਂਦਾ ਹੈ। ਭਾਈ ਸਾਹਿਬ ਜ਼ਿੰਮੇਵਾਰੀ ਕਿਸੇ ਨੇ ਸਮਝੀ ਹੁੰਦੀ, ਅੱਜ ਬੇਅਦਬੀਆਂ ਦਾ ਹਿਸਾਬ ਨਾ ਮਿਲਿਆ ਹੁੰਦਾ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਜਿਵੇਂ ਕਹਿੰਦੇ ਨੇ ਵੀ ਜਦੋਂ ਜਾਗ ਖੁੱਲ੍ਹ ਜੇ ਉਦੋਂ ਹੀ ਸਵੇਰਾ। ਹੁਣ ਜੇ ਤੜਕੇ ਨਹੀਂ ਉੱਠਿਆਗਾ, ਜਦੋਂ ਉੱਠੇਗੇ ਉਦੋਂ ਹੀ ਤੁਸੀਂ ਕਾਰਜ ਕਰ ਲਓ ਚੰਗੇ। ਮੈਂ ਤਾਂ ਸਚੇਤ ਇਹਨਾਂ ਨੂੰ ਉਦੋਂ ਗੁੱਸਾ ਭਾਜੀ ਕਾਹਦਾ, ਆਹੀ ਤੇ ਗੁੱਸਾ ਹੈ। ਜੇ ਇਹ ਸਾਰੇ ਐਕਟਿਵ ਹੋਏ ਹੁੰਦੇ ਤੇ ਮੈਂ ਇਹਨਾਂ ਦੇ ਅਗੇਂਸਟ ਬੋਲਦਾ ਤੇ ਤੁਸੀਂ ਮੇਰੇ ਤੇ 4 ਸਵਾਲ ਕਰ ਦੇਣੇ ਸੀ ਵੀ ਇਹਨਾਂ ਨੇ ਤੇ ਆਹ ਕੀਤਾ। ਮੈਂ ਕਿਹਾ ਤੂੰ ਦੱਸ ਆਪਣੀ ਕਰਤੂਤ ਤੇਰੀ ਕੀ ਹੈ, ਮੇਰੇ ਤੇ ਸਵਾਲ ਹੋਣਾ ਸੀ ਨਾ। ਹੁਣ ਤੁਸੀਂ ਵੀ ਚੁੱਪ ਕਰਕੇ ਸੁਣਦੇ ਪਏ ਕਿਉਂਕਿ ਤੁਹਾਨੂੰ ਵੀ ਪਤਾ ਵੀ ਇਹ ਐਕਟਿਵ ਨਹੀਂ ਹੈ। ਮੈਂ ਕਹਿੰਦਾ ਹੁਣ ਐਕਟਿਵ ਹੋ ਜਾਣ। ਅਸੀਂ ਭਾਜੀ ਇਹਨਾਂ ਨਾਲ ਜਾਤੀ ਦੁਸ਼ਮਣੀ ਨਹੀਂ ਹੈ, ਸਿਧਾਂਤਕ ਲੜਾਈ ਹੈ। ਹੁਣ ਚੰਗਾ ਕੰਮ ਹੋਇਆ, ਮੈਂ ਤੇ ਬਕਾਇਦਾ ਮੀਡੀਆ ਤੇ ਕਹਿ ਰਿਹਾ ਵਾਂ। ਹੁਣ ਕਈਆਂ ਨੇ ਇਹ ਵੀ ਕਹਿ ਦੇਣਾ ਹੋ ਸਕਦਾ ਵੋਟਾਂ ਦੇ ਨੇੜੇ ਮਖੂ, ਹਨਾ। ਮੇਰਾ ਇਹ ਇਲੈਕਸ਼ਨ ਮੁੱਦਾ ਨਹੀਂ ਹੈ, ਇਲੈਕਸ਼ਨ ਮੁੱਦਾ ਨਹੀਂ ਹੈ। ਐਸਜੀਪੀਸੀ ਨੂੰ ਇੱਥੇ ਮੈਂ ਸ਼ਲਾਘਾ ਕੀਤੀ ਹੈ ਔਰ ਮੈਂ ਬਕਾਇਦਾ ਕੱਲ ਇੱਕ ਪੋਸਟ ਪਾਈ ਹੈ। ਮੈਂ ਕਿਹਾ ਜੇ ਪੁਲਿਸ ਦੇ ਹਵਾਲੇ ਕੀਤਾ ਹੁੰਦਾ ਫਿਰ ਮਾਨਸਿਕ ਰੋਗੀ ਕਹਿ ਕੇ ਜ਼ਮਾਨਤ ਮਿਲ ਜਾਣੀ ਸੀ। ਇਸ ਕਰਕੇ ਅੱਗੇ ਤੋਂ ਹੋਰ ਸੁਚੇਤ ਹੋ ਕੇ ਰਹੋ, ਕਿਉਂਕਿ ਅੱਗੇ ਜਿੰਨੇ ਵੀ ਫੜੇ ਗਏ ਨੇ ਇੱਕ ਭਾਜੀ ਸਰਟੀਫਿਕੇਟ ਬਣ ਜਾਂਦਾ ਹੈ। ਮਾੜੀ ਮੋਟੀ ਦਵਾਈ ਚੱਲਦੀ ਤੋਂ ਬਾਅਦ ਆਹ ਜਿਹੜੀ ਗੋਲੀ ਹੈ ਜੀ ਇਸ ਤਰੀਕੇ ਨਾਲ, ਉਸ ਤੋਂ ਬਾਅਦ ਐਡਵੋਕੇਟ ਕੋਲ ਚਲਾ ਜਾਂਦਾ ਹੈ, ਉਸ ਤੋਂ ਬਾਅਦ ਜ਼ਮਾਨਤ ਲੱਗ ਜਾਂਦੀ ਹੈ। ਜ਼ਮਾਨਤਾਂ ਅੱਗੇ ਖੋਈਆਂ। ਇਹ ਸਾਰੇ ਮੰਦਬੁੱਧੀਆਂ ਨੂੰ ਗੁਰਦੁਆਰੇ ਹੀ ਕਿਉਂ ਲੱਭਦਾ ਜੀ? ਜਿੰਨੇ ਵੀ ਮੰਦਬੁੱਧੀ ਨੇ, ਕਦੀ ਇਸ ਤੋਂ ਪਹਿਲਾਂ ਨਹੀਂ ਘਟਨਾ ਆਈ ਵੀ ਪਿੰਡ ਦੇ ਸਰਪੰਚ ਦੇ ਗੱਲ ਪੈ ਗਏ ਹੁਣ, ਜਾਂ ਪਿੰਡ ਦੇ ਕਿਸੇ ਪੰਚ ਦੇ ਗੱਲ ਪੈ ਗਏ ਹੁਣ, ਨੰਬਰਦਾਰ ਦੇ ਗੱਲ ਪੈ ਗਏ ਹੁਣ, ਆਪਦੇ ਪਿਓ ਦੇ ਗੱਲ ਪੈ ਗਏ ਹੁਣ। ਇਹ ਸਾਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਚੁੱਕਣ ਕੇ ਆਉਂਦੇ ਨੇ। ਔਰ ਮੰਦਬੁੱਧੀ ਤੁਸੀਂ ਦੇਖੋ, ਮੈਂ ਕਹਿੰਦਾ ਵੀ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਹੋਰ ਕੰਮ ਕਰੇ, ਕਿਉਂਕਿ ਉਹ ਬੰਦੇ ਦਾ ਚਿਹਰਾ ਤੇ ਪਛਾਣਿਆ ਗਿਆ, ਹਨਾ, ਚਿਹਰਾ ਪਛਾਣਿਆ ਗਿਆ। ਜਿੰਨੇ ਵੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਕੈਮਰੇ ਲੱਗੇ ਨੇ, ਬਾਹਰਲੇ ਪਾਸੇ ਤੋਂ ਲੈ ਕੇ ਗਲਿਆਰੇ ਤੋਂ ਵੀ ਪਿੱਛੇ, ਉਸ ਬੰਦਾ ਦੇਖਿਆ ਜਾਵੇ ਵੀ ਕਿੱਥੋਂ ਆ ਰਿਹਾ, ਕਿਸ ਨੂੰ ਮਿਲਦਾ ਪਿਆ। ਕਿਉਂਕਿ ਇੱਕ ਨਾ ਤੁਸੀਂ ਦੇਖਿਆ ਹੋਵੇਗਾ ਵੀਡੀਓ ਬੜੇ ਧਿਆਨ ਦੇ ਵਿੱਚ ਵੇਖਿਆ ਜੀ, ਔਰ ਮੈਂ ਚਾਹਾਂਗਾ ਵੀ ਜੇ ਚਲਾ ਸਕਦੇ ਹੋ ਤਾਂ ਚਲਾਇਆ ਜੇ। ਉਹਦੇ ਵਿੱਚ ਇੱਕ ਬੰਦਾ ਉਸ ਬੰਦੇ ਦੇ ਕੰਨ ਦੇ ਵਿੱਚ ਕੁਝ ਕਹਿੰਦਾ ਹੈ। ਉਹ ਵੀਡੀਓ ਦੇਖੋਗੇ ਕਿਉਂਕਿ ਮੈਂ ਬੜੀ ਗੌਰ ਨਾਲ ਦੇਖੀ ਹੈ। ਇੱਕ ਬੰਦਾ ਉੱਥੇ ਖੜਾ, ਮੇਰੇ ਖਿਆਲ ਨੀਲੇ ਜਿਹੇ ਰੁਮਾਲ ਵਾਲਾ ਆ, ਉਹਦੇ ਕੰਨ ਦੇ ਵਿੱਚ ਕੁਝ ਕਹਿੰਦਾ। ਜਦੋਂ ਕੰਨ ਦੇ ਵਿੱਚ ਕੁਝ ਕਹਿੰਦਾ ਫਿਰ ਉਹ ਟੱਪਦਾ, ਫਿਰ ਉਹਨੂੰ ਫੜਦਾ ਵੀ ਹੈ। ਇਹਦਾ ਮਤਲਬ ਸਵਾਲ 2 ਖੜੇ ਹੋ ਗਏ, ਉਹ ਨੀਲੇ ਪਟਕੇ ਵਾਲਾ ਕੌਣ ਹੈ? ਉਹਦੀ ਤਹਿਕੀਕਾਤ ਕੀਤੀ ਜਾਵੇ। ਉਹ ਤੇ ਜਿਉਂਦਾ ਹੈ ਨਾ, ਉੱਥੋਂ ਹੋ ਸਕਦਾ ਅਸੀਂ ਪੈੜ ਦੱਬਦੇ ਚਲੇ ਜਾਈਏ। ਪੁਰਾਣੇ ਸਮੇਂ ਦੇ ਵਿੱਚ ਹੁੰਦਾ ਸੀ, ਕਿਸੇ ਦੀ ਮੱਝ ਖੁੱਲ ਜਾਂਦੀ ਸੀ ਨਾ ਤੇ ਉਹ ਖੋਜੀ ਨੂੰ ਲਿਆਉਂਦੇ ਹੁੰਦੇ ਸੀ। ਖੋਜੀ ਪੈੜ ਦੱਬਦਾ ਹੁੰਦਾ ਸੀ ਵੀ ਇੱਧਰ ਗਈ, ਉਹ ਲੱਭ ਲੈਂਦੇ ਹੁੰਦੇ ਸਨ। ਇਸੇ ਪ੍ਰਕਾਰ ਸਾਨੂੰ ਹੁਣ ਪੈੜ ਦੱਬਣੀ ਪੈਣੀ ਹੈ। ਹੁਣ ਅਸੀਂ ਭਾਜੀ ਕੀ ਕਰਦੇ ਹਾਂ? ਮੰਨ ਲਓ ਇੱਥੇ ਸਵਾਲ ਇੱਕ ਹੋਰ ਖੜਾ ਹੋ ਜਾਏਗਾ, ਗਰੀਬ ਫੜਿਆ ਗਿਆ, ਗਰੀਬ ਮਾਰਿਆ ਗਿਆ, ਮਾਸਟਰਮਾਈਂਡ ਪਿੱਛੇ ਹੈ, ਤੇ ਗਰੀਬ ਨੂੰ ਕੀ ਗੱਲ ਆਹੀ ਕੰਮ ਲੱਭਾ ਸੀ ਕਮਾਈ ਦਾ? ਸਵਾਲ ਹੈ ਇੱਕ, ਗਰੀਬ ਨੂੰ ਕਮਾਈ ਦਾ ਆਹੀ ਕੰਮ ਲੱਭਾ ਸੀ? ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰੋ ਤਾਂ ਕਮਾਈ ਹੋਵੇਗੀ? ਨਹੀਂ, ਇੱਥੇ ਬਿਲਕੁਲ ਐਸਾ ਨਹੀਂ ਹੋਵੇਗਾ। ਫਿਰ ਕਈ ਇਹਨੂੰ ਜਾਤੀ ਮੁੱਦਾ ਵੀ ਬਣਾਉਣਗੇ, ਇਹ ਫਲਾਣੀ ਜਾਤ ਵਿੱਚੋਂ ਹੈ। ਦੰਗਈ ਦਾ ਕੋਈ ਧਰਮ ਨਹੀਂ ਹੁੰਦਾ। ਜੇ ਮੈਂ ਦੰਗਈ ਹਾਂ ਨਾ, ਮੇਰਾ ਕੋਈ ਧਰਮ ਨਹੀਂ। ਜਾਤੀ ਮੁੱਦਾ ਬਣਾਉਂਦੇ, ਹਿੰਦੂ ਸੀਗਾ ਪਾੜ ਪਾਉਣ ਦੀ ਕੋਸ਼ਿਸ਼ ਕਰਦੇ ਨੇ, ਦਲਿਤ ਸੀਗਾ, ਮਤਲਬ ਦਲਿਤ ਨੂੰ ਤਾਂ ਬੰਦਿਆਂ ਦੀ ਕੈਟੇਗਰੀ 'ਚ ਕੋਈ ਮੰਨਦਾ ਨਹੀਂ ਨਾ ਇਸ ਟਾਈਮ। ਭਾਜੀ ਪਹਿਲੀ ਗੱਲ ਇਹ ਆ, ਜਿਹੜਾ ਵੀ ਬੰਦਾ ਇਹ ਕਰਤੂਤ ਕਰਦਾ ਪਿਆ ਨਾ, ਉਹਨੂੰ ਜਾਤੀ ਮੁੱਦਾ, ਅਪਰਾਧੀ ਤੇ ਅਪਰਾਧੀ ਹੁੰਦਾ ਹੈ, ਹਨਾ। ਮੈਂ ਗੁਨਾਹਗਾਰ ਹਾਂ ਤਾਂ ਮੈਂ ਗੁਨਾਹਗਾਰ ਹਾਂ। ਮੈਂ ਸਵਰਨ ਜਾਤੀ ਦੇ ਵਿੱਚ ਹੋਵਾਂ, ਕਿਸੇ ਜਾਤੀ ਦੇ ਵਿੱਚ ਹੋਏ, ਗੱਲ ਕੋਈ ਮਾਇਨੇ ਨਹੀਂ ਰੱਖਦੀ ਪਈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬੇਅਦਬੀ ਹੋਈ ਹੈ, ਅਸੀਂ ਬੰਦਾ ਦੇਖਾਂਗੇ ਵੀ ਕਿਸ ਬੰਦੇ ਨੇ ਕੀਤੀ ਹੈ। ਨਾ ਉਹਦੀ ਜਾਤ ਚੈੱਕ ਕਰਾਂਗੇ, ਨਾ ਉਹਦਾ ਧਰਮ ਚੈੱਕ ਕਰਾਂਗੇ। ਅਸੀਂ ਸਿਰਫ ਇੰਨਾ ਜ਼ਰੂਰ ਚੈੱਕ ਕਰਾਂਗੇ ਵੀ ਭੇਜਿਆ ਕਿਸ ਨੇ, ਤੇ ਜਦੋਂ ਭੇਜਣ ਵਾਲੇ ਨੂੰ ਵੀ ਹੱਥ ਪਾਵਾਂਗੇ, ਉਹਦੀ ਵੀ ਜਾਤ ਨਹੀਂ ਵੇਖਾਂਗੇ ਤੇ ਧਰਮ ਨਹੀਂ ਵੇਖਾਂਗੇ, ਉਹ ਕਿਹੜੀ ਸੰਸਥਾ ਨਹੀਂ ਵੇਖਾਂਗੇ, ਗਲਮੇ ਨੂੰ ਹੱਥ ਪਾਵਾਂਗੇ ਫਿਰ ਅਸੀਂ। ਤੇ ਇਸ ਗੱਲ ਦੇ ਵਿੱਚ ਕੋਈ ਲਿਹਾਜ਼ ਨਹੀਂ ਹੋਵੇਗਾ। ਪਰ ਮੈਨੂੰ ਪਤਾ ਨਹੀਂ ਕਿਉਂ ਐਸਾ ਲੱਗਦਾ ਵੀ ਐਗਜ਼ਾਮਪਲ ਸੈੱਟ ਕਰ ਦਿੱਤੀਆਂ ਨੇ। ਹੁਣ ਗਾਹਾਂ ਤੋਂ ਕੋਈ ਸੋਚ ਸਮਝ ਕੇ ਆਵੇ। ਜਿਹੜੇ ਕਹਿੰਦੇ ਸੀ ਨਾ ਵੀ ਇੰਨਾ ਰੁਪਈਆ ਮਿਲ ਜਾਂਦਾ ਹੈ, ਮੁੜ ਕੇ ਮੰਦਬੁੱਧੀ ਦਾ ਸਰਟੀਫਿਕੇਟ ਮਿਲ ਜਾਂਦਾ ਹੈ, ਹੁਣ ਨਹੀਂ ਭਾਜੀ ਮਿਲਦੇ। ਹੁਣ ਤੇ ਨਾਲ ਦੀ ਨਾਲ ਮੌਕੇ ਦੇ ਉੱਪਰ ਹੀ ਕੰਮ ਹੋ ਜਾਂਦਾ ਹੈ। ਕੋਰਟ ਕਚਹਿਰੀ ਦੇ ਉੱਪਰ ਠੀਕ ਹੈ, ਅੱਗੇ ਮਾਮਲੇ ਗਏ ਨੇ, ਅਸੀਂ ਮਾਨਯੋਗ ਕੋਰਟ ਨੂੰ ਮਾੜਾ ਨਹੀਂ ਕਹਿੰਦੇ, ਪਰ ਮਾਮਲੇ ਅੱਗੇ ਗਏ ਨੇ ਨਾ। ਸਾਨੂੰ ਇਨਸਾਫ ਨਹੀਂ ਮਿਲਿਆ। 84 ਦਾ ਮਿਲ ਗਿਆ, ਸਾਨੂੰ ਨਹੀਂ ਮਿਲਿਆ। 84 ਦਾ ਕਿੰਨੇ ਸਮੇਂ ਤੋਂ ਲਮਕਦਾ ਆ ਰਿਹਾ ਹੈ ਨਾ। ਫਿਰ ਸਾਨੂੰ ਜਦੋਂ ਇਨਸਾਫ ਨਹੀਂ ਮਿਲਦਾ ਤੇ ਫਿਰ ਉਸ ਤੋਂ ਬਾਅਦ ਬੰਦਾ ਅੱਕਿਆ ਕੀ ਕਰਦਾ? ਇਹ ਛੋਟੀ ਜਿਹੀ ਗੱਲ ਮੈਂ ਦੱਸਣੀ ਚਾਹੁੰਦਾ ਇੱਥੇ ਤੁਹਾਡੇ ਮੀਡੀਆ ਦੇ ਵਿੱਚ। ਫੂਲਨ ਦੇਵੀ ਬਾਰੇ ਮੈਂ ਪੜ੍ਹ ਰਿਹਾ ਸਾਂ, ਕਿਸੇ ਨੇ ਉੱਤੇ ਸਵਾਲ ਕੀਤਾ, ਉਹ ਕਿਸੇ ਲੈਕਚਰ ਦੇ ਰਹੇ ਸੀ ਤੇ ਉੱਤੇ ਕਿਸੇ ਨੇ ਸਵਾਲ ਕੀਤਾ, ਕਹਿੰਦੇ ਵੀ ਤੁਸੀਂ ਇਸ ਤਰੀਕੇ ਦੇ ਨਾਲ ਦੇਖੋ, ਜਦੋਂ ਤੁਹਾਡੇ ਹੱਥ ਦੇ ਵਿੱਚ ਬੰਦੂਕ ਆਈ ਤੁਸੀਂ ਸਾਰੇ ਮਾਰ ਦਿੱਤੇ, ਕੀ ਗੱਲ ਤੁਹਾਨੂੰ ਕਾਨੂੰਨ ਦਾ ਖਤਰਾ ਨਹੀਂ ਸੀ? ਉਹ ਕਹਿੰਦੀ ਜਦੋਂ ਪਿੰਡ ਦੇ ਇੰਨੇ ਲੋਕਾਂ ਨੇ ਪਿੰਡ ਦੇ ਵਿੱਚ ਮੈਨੂੰ ਨੰਗੀ ਕੀਤਾ, ਮੇਰੇ ਨਾਲ ਰੇਪ ਕੀਤਾ, ਕਹਿੰਦੀ ਕੀ ਗੱਲ ਉਦੋਂ ਕਾਨੂੰਨ ਨਹੀਂ ਸੀ? ਉਦੋਂ ਤੁਸੀਂ ਕਿਉਂ ਨਹੀਂ ਬੋਲੇ ਵੀ ਇੱਕ ਧੀ ਦੇ ਨਾਲ
ਦਲਿਤ ਸਮਾਜ ਦੇ ਵਿੱਚੋਂ ਸੀ, ਉਹਦੇ ਨਾਲ ਇੰਨਾ ਕੁਝ ਹੋ ਗਿਆ। ਕਹਿੰਦੀ ਉਦੋਂ ਤੁਹਾਨੂੰ ਕਾਨੂੰਨ ਚੇਤੇ ਨਹੀਂ ਆਇਆ, ਜਦੋਂ ਮੈਂ ਫਿਰ ਸਾਰੇ ਦੇ ਸਾਰੇ ਲਾਈਨ ਵਿੱਚ ਖਿਲਾਰ ਕੇ ਠੋਕਿਆ ਤੁਹਾਨੂੰ ਕਾਨੂੰਨ ਚੇਤੇ ਆ ਗਿਆ। ਸੋ ਆਹੀ ਸਵਾਲ ਅੱਜ ਮੈਂ ਕਰਦਾ ਪਿਆ ਵਾਂ, ਸਾਨੂੰ ਕਾਨੂੰਨ ਦਾ ਸਬਕ ਪੜਾਉਣ ਵਾਲਿਆਂ ਨੂੰ ਬੇਨਤੀ ਕਰਦਾ ਪਿਆ ਵਾਂ। 84 ਵਾਲਾ ਕਾਨੂੰਨ ਦੇ ਹਵਾਲੇ ਹੀ ਹੈ। ਉਸ ਤੋਂ ਬਾਅਦ ਜਿੰਨੀਆਂ ਬੇਅਦਬੀਆਂ ਹੋਈਆਂ ਨੇ, ਬੰਦੇ ਫੜਾਏ ਗਏ ਨੇ, 2015 ਤੋਂ ਬੇਅਦਬੀਆਂ ਹੋ ਰਹੀਆਂ ਨੇ, ਕਿੰਨੀਆਂ ਸਿੱਟ ਬਣੀਆਂ ਨੇ, ਕਿੰਨਾ ਕੁਝ ਹੋਇਆ। ਹੁਣ ਤੇ ਮੌਕੇ ਦੀਆਂ ਜਿਹੜੀਆਂ ਕਾਰਵਾਈਆਂ ਨੇ, ਮੈਨੂੰ ਲੱਗਦਾ ਵੀ ਇਹ ਠੀਕ ਰਹਿਣਗੀਆਂ। ਔਰ ਦੂਜੀ ਗੱਲ ਮੈਂ ਬੇਨਤੀ ਕਰਨੀ ਚਾਹੁੰਦਾ, ਇੱਕ ਤੇ ਇਹ ਨਾ ਕੋਈ ਸੋਚ ਲੈ ਵੀ ਐਜ਼ ਏ ਸਿੱਖ ਕਹਿ ਰਿਹਾ, ਜੇ ਕਿਸੇ ਮੰਦਿਰ ਦੇ ਵਿੱਚ ਵੀ ਬੇਅਦਬੀ ਹੁੰਦੀ ਹੈ, ਸਜ਼ਾ ਉੱਥੇ ਵੀ ਹੋਣੀ ਚਾਹੀਦੀ ਹੈ। ਜੇ ਕਿਸੇ ਮੰਨ ਲਓ ਚਰਚ ਦੇ ਵਿੱਚ ਹੁੰਦੀ ਹੈ, ਸਜ਼ਾ ਉੱਥੇ ਵੀ ਹੋਣੀ ਚਾਹੀਦੀ ਹੈ। ਲਿਹਾਜ਼ ਕਿਉਂ ਹੋਵੇ? ਦੇਖੋ ਇੱਕ ਛੋਟੀ ਜੀ ਗੱਲ ਮੰਨੋ, ਕਈ ਸਾਨੂੰ ਪਤਾ ਕੀ ਕਹਿ ਦਿੰਦੇ ਨੇ, ਦੇਖੋ ਜੀ ਇਹ ਸਿੱਖ ਨੇ ਤਾਂ ਕਰਕੇ ਬਿਆਨ ਦੇ ਦਿੱਤਾ, ਹੈ ਨਾ। ਮੈਂ ਕਹਿੰਦਾ ਵੀ ਸਾਡੀ ਹਿਸਟਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਵਾਲੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਕੋਲ ਜਦੋਂ ਉਹ ਲੋਕ ਆਏ ਜਿਹੜੇ ਕਹਿੰਦੇ ਸਾਡਾ ਧਰਮ ਖਤਰੇ ਵਿੱਚ ਹੈ, ਵਕਤ ਦਾ ਹਾਕਮ ਸਾਡੇ ਤਿਲਕ ਤੇ ਜੰਜੂ ਉਤਾਰਦਾ ਪਿਆ, ਗੁਰੂ ਸਾਹਿਬ ਕਹਿੰਦੇ ਭਾਵੇਂ ਮੈਂ ਤਿਲਕ ਨਹੀਂ ਲਾਉਂਦਾ, ਭਾਵੇਂ ਮੈਂ ਜੰਜੂ ਨਹੀਂ ਪਾਉਂਦਾ, ਪਰ ਤੁਹਾਨੂੰ ਧਾਰਮਿਕ ਆਜ਼ਾਦੀ ਹੈ ਵੀ ਤੁਸੀਂ ਪਾਓਗੇ ਵੀ। ਠੀਕ ਹੈ, ਜੇ ਤੁਹਾਡੀ ਧਾਰਮਿਕ ਆਜ਼ਾਦੀ ਦੇ ਵਿੱਚ ਕੋਈ ਰੁਕਾਵਟ ਬਣਦਾ ਹੈ, ਤੁਹਾਡੀ ਆਵਾਜ਼ ਮੈਂ ਬਣਾਂਗਾ। ਹੁਣ ਇੱਥੇ ਇੱਕ ਚੀਜ਼, ਹਿਊਮਨ ਰਾਈਟਸ ਦੀ ਐਗਜ਼ਾਮਪਲ ਇਸ ਤੋਂ ਵੱਡੀ ਦੱਸੋ ਕਿਹੜੀ ਹੋ ਸਕਦੀ ਹੈ? ਇਸ ਤੋਂ ਵੱਡੀ ਤਾਂ ਕੋਈ ਐਗਜ਼ਾਮਪਲ ਹੀ ਨਹੀਂ ਹੋ ਸਕਦੀ ਮਨੁੱਖੀ ਹੱਕਾਂ ਦੀ, ਵੀ ਭਾਵੇਂ ਮੈਂ ਟਿੱਕਾ ਨਹੀਂ ਲਾਉਂਦਾ, ਭਾਵੇਂ ਮੈਂ ਜੰਜੂ ਨਹੀਂ ਪਾਉਂਦਾ, ਪਰ ਜੇ ਤੁਹਾਡਾ ਧਰਮ ਖਤਰੇ ਵਿੱਚ ਹੋਏਗਾ ਤਾਂ ਮੈਂ ਇਹਦੇ ਲਈ ਆਪਣਾ ਆਪਾ ਵੀ ਵਾਰ ਦਿਆਂਗਾ। ਸੋ ਅਸੀਂ ਉਹ ਸੋਚਦੇ ਹਾਂ, ਜੇ ਮੰਦਿਰ ਦੇ ਵਿੱਚ ਹੋਵੇਗਾ ਉੱਥੇ ਵੀ ਮੈਂ ਆਹੀ ਬਿਆਨ ਦਿਆਂਗਾ ਜਿਹੜੇ ਤੁਹਾਡੇ ਵਿੱਚ ਦਿੱਤੇ ਨੇ। ਜੇ ਗੁਰਦੁਆਰੇ ਵਿੱਚ ਕੋਈ ਹੈ, ਸਾਡਾ ਭਾਜੀ ਕੇਂਦਰੀ ਸਥਾਨ, ਇਸ ਤੋਂ ਉੱਤੇ ਕੀ ਹੋ ਸਕਦਾ ਹੈ? ਥਾਂ ਥਾਂ ਤੇ ਤੁਸੀਂ ਜਾਣਾ ਹੈ, ਮੈਂ ਜਾਣਾ, ਲੋਕਾਂ ਨੇ ਪੁੱਛਣਾ ਸੀ, ਲੈ ਵੀ ਹੁਣ ਤੇ ਬਾਈ ਦਰਬਾਰ ਸਾਹਿਬ ਤੱਕ ਅੱਪੜ ਗਏ, ਹੁਣ ਆਖਣ ਜੋਗਿਆਂ ਵੀ ਬਾਈ ਜੀ ਜਿਹੜਾ ਅੱਪੜਿਆ ਸੀ ਨਾਲ ਦੀ ਨਾਲ ਮੌਕੇ ਦੀ ਕਾਰਵਾਈ ਪੈ ਗਈ ਏ, ਹੁਣ ਬਾਹਲਾ ਲੰਮਾ ਸਮਾਂ ਨਹੀਂ ਢੀਕਣਾ। ਆ ਕਾਰਜ ਆ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਸ ਸਾਡੇ ਨਾਲ ਭਾਈ ਸਾਹਿਬ ਹਰਪ੍ਰੀਤ ਸਿੰਘ ਮੱਖੂ ਜੀ ਨਾਲ ਆਪਾਂ ਗੱਲਬਾਤ ਕੀਤੀ ਹੈ, ਤੇ ਇਹਨਾਂ ਦਾ ਕਹਿਣਾ ਹੈ ਕਿ ਜੋ ਉੱਥੇ ਘਟਨਾ ਵਾਪਰੀ ਹੈ, ਸੌਦਾ ਲੱਗਿਆ, ਉਹ ਬਿਲਕੁਲ ਠੀਕ ਹੋਇਆ, ਤੇ ਇੱਕ ਐਗਜ਼ਾਮਪਲ ਸੈੱਟ ਹੋਈ ਹੈ ਕਿ ਦੁਬਾਰਾ ਤੋਂ ਕੋਈ ਹਰਕਤ ਐਦਾਂ ਦੀ ਨਾ ਹੋਵੇ, ਕੋਈ ਤਾਕਤਾਂ ਜਿਹੜੀਆਂ ਨੇ ਉਹ ਐਦਾਂ ਦੀ ਹਰਕਤ ਨਾ ਕਰਨ ਬਾਰੇ ਸੋਚਣ, ਕਿਉਂਕਿ ਮੌਕੇ ਤੇ ਹੀ ਹੁਣ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਫੈਸਲਾ ਕਰਨਗੀਆਂ। ਤਾਂ ਵਧੇਰੇ ਅਪਡੇਟਸ ਸਾਨੂੰ ਜੁੜੇ ਰਹੋ। ਲੁਧਿਆਣਾ ਤੋਂ ਸਨਮਜੀਤ ਸਿੰਘ, ਕੈਮਰਾਮੈਨ ਦੀਪਕ ਦੇ ਨਾਲ, ਲੁਧਿਆਣਾ ਟਾਈਮਸ।